ਪੁਕਾਰ ਟੀਵੀ ਦੇ ਦਰਸ਼ਕੋ, ਅਸੀਂ ਅੱਜ ਇੱਕ ਅਹਿਮ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂ, ਜੋ ਕਿ ਪੂਰੀ ਕੁਦਰਤ ਕਾਇਨਾਤ ਨਾਲ ਜੁੜਦੀ ਹੋਈ ਗੱਲ ਹੈ। ਮਨੁੱਖ ਦੁਆਰਾ ਕੁਦਰਤ ਤੇ ਢਾਹੇ ਕਹਿਰ ਕਾਰਨ ਲੱਖਾਂ ਜੀਵ ਜੰਤੂਆਂ ਦੀਆਂ ਵੱਖ-ਵੱਖ ਜਾਤੀਆਂ ਦਾ ਖਾਤਮਾ ਹੋ ਚੁੱਕਾ ਹੈ। ਕੁਦਰਤੀ ਬ੍ਰਹਿਮੰਡ ਤਬਾਹੀ ਵੱਲ ਵੱਧ ਰਿਹਾ ਹੈ। ਇਹ ਗੱਲ ਅਸੀਂ ਅੱਜ ਸਮਝਣੀ ਚਾਹੁੰਦੇ ਹਾਂ ਤੇ ਕਰਨੀ ਚਾਹੁੰਦੇ ਹਾਂ। ਤੇ ਪੁਕਾਰ ਟੀਵੀ ਦੇ ਨਾਲ ਜੁੜ ਰਹੇ ਨੇ ਉੱਗੇ ਵਾਤਾਵਰਣ ਪ੍ਰੇਮੀ ਲੇਖਕ ਤੇ ਬੁਲਾਰੇ, ਅਤੇ ਜਿਨ੍ਹਾਂ ਦਾ ਜ਼ਿੰਦਗੀ ਦਾ ਇੱਕ ਸਰਕਾਰੀ ਸਰਵਿਸ ਦਾ ਸਫ਼ਰ ਵੀ ਇਸੇ ਖੇਤਰ ਦੇ ਵਿੱਚ ਰਿਹਾ, ਖੇਤੀ ਤੇ ਜਲ ਸੰਭਾਲ ਵਿਭਾਗ। ਉਹਨਾਂ ਦੇ ਨਾਮ ਨੂੰ ਬਹੁਤ ਸਾਰੇ ਲੋਕ ਜਾਣਦੇ ਨੇ, ਸ੍ਰੀ ਵਿਜੇ ਬੰਬੇਲੀ ਜੀ। ਇਹ ਜ਼ਿਲ੍ਹਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਪਿੰਡ ਹੈ ਬੰਬੇਲੀ, ਤੇ ਉੱਥੋਂ ਦੇ ਰਹਿਣ ਵਾਲੇ ਨੇ ਤੇ ਅਕਸਰ ਲਿਖਦੇ ਨੇ, ਬੋਲਦੇ ਨੇ ਤੇ ਵੱਖ-ਵੱਖ ਸਭਾਵਾਂ ਵਿੱਚ ਜਾ ਕੇ ਇਹ ਚਿੰਤਾ ਜ਼ਾਹਰ ਕਰਦੇ ਨੇ ਕਿ ਸਾਨੂੰ ਵਾਤਾਵਰਣ ਬਚਾਉਣ ਦੀ ਲੋੜ ਹੈ, ਸਾਨੂੰ ਕੁਦਰਤੀ ਸਰੋਤ ਬਚਾਉਣ ਦੀ ਲੋੜ ਹੈ। ਸੋ ਇਸ ਤੋਂ ਪਹਿਲਾਂ ਕਿ ਅਸੀਂ ਗੱਲਬਾਤ ਦੀ ਸ਼ੁਰੂ ਕਰੀਏ, ਸ੍ਰੀ ਵਿਜੇ ਬੰਬੇਲੀ ਜੀ, ਪੁਕਾਰ ਟੀਵੀ ਦੀ ਸਮੁੱਚੀ ਟੀਮ ਵੱਲੋਂ ਆਪ ਜੀ ਨੂੰ ਜੀ ਆਇਆਂ ਤੇ ਤੁਹਾਡਾ ਨਿੱਘਾ ਸਵਾਗਤ। ਮਿਹਰਬਾਨੀ, ਧੰਨਵਾਦ। ਠੀਕ ਹੈ ਬੰਬੇਲੀ ਜੀ, ਮੈਂ ਬਹੁਤਾ ਸਮਾਂ ਨਹੀਂ ਲੈਣਾ। ਸ਼ੁਰੂਆਤ ਦੇ ਵਿੱਚ ਸੰਕੇਤ ਦੇ ਦਿੱਤਾ ਵੀ ਇਸ ਬ੍ਰਹਿਮੰਡ ਤੇ ਰਹਿ ਰਹੀ ਮਨੁੱਖਤਾ ਤੇ ਮਾਨਵੀ ਭਵਿੱਖ ਜਿਹੜਾ ਨਾ, ਉਹ ਇੱਕ ਜੋਖਮ ਵਿੱਚ ਹੈ। ਤੇ ਮਨੁੱਖੀ ਜੀਵਨ ਤੇ ਕੁਦਰਤ ਦੇ ਸੰਬੰਧਾਂ 'ਚ ਜੇ ਅਸੀਂ ਆਪਣੇ ਸੰਬੰਧਾਂ ਨੂੰ ਨਿੱਘਾ ਸਹਿਚਾਰ ਨਹੀਂ ਦਿੰਦੇ ਤੇ ਸਾਡੇ ਸਾਹਮਣੇ ਬੜੇ ਵੱਡੇ ਖਤਰੇ ਨੇ। ਤੇ ਤੁਸੀਂ ਪਿਛਲੇ ਦਿਨੀ ਕੁਝ ਇਹ ਗੱਲਾਂ ਜ਼ਾਹਰ ਵੀ ਕੀਤੀਆਂ ਤੇ ਅਸੀਂ ਉਹਨਾਂ ਨੂੰ ਪੜ੍ਹਿਆ ਤੇ ਸੁਣਿਆ। ਖਾਸ ਕਰਕੇ ਤੁਸੀਂ ਕਿਹਾ ਕਿ ਪਹਾੜਾਂ ਦੀ ਕਦਰ ਕਰੀਏ, ਤੇ ਪਹਾੜਾਂ ਦੀ ਕਦਰ ਕਿਉਂ ਕਰੀਏ? ਪਹਾੜ ਤਾਂ ਇੱਕ ਮਿੱਟੀ ਦਾ ਢੇਰ ਹੀ ਹੈ, ਜਾਂ ਸਾਡੇ ਸੈਰਗਾਹ ਦਾ ਸਥਾਨ ਹੈ, ਅਸੀਂ ਸੈਰ ਕਰ ਆਈਏ, ਗੇੜਾ ਮਾਰ ਆਈਏ। ਤੇ ਤੁਸੀਂ ਇਹ ਪਹਾੜਾਂ ਦੀ ਕਦਰ ਕਰਨ ਲਈ ਬੜਾ ਵੱਡਾ ਸੁਨੇਹਾ ਦੇ ਰਹੇ ਹੋ। ਕੀ ਇਹਦੇ ਪਿੱਛੇ ਰਾਜ਼ ਹੈ? ਹਾਂਜੀ, ਕੁਦਰਤ ਜਾਂ ਵੱਡੇ ਸੰਦਰਭ 'ਚ ਬ੍ਰਹਿਮੰਡ ਦੀ ਜੇ ਗੱਲ ਕਰਨੀ ਹੋਵੇ, ਬੜਾ ਲੰਬਾ ਸਮਾਂ ਚਾਹੀਦਾ। ਥੋੜ੍ਹੇ ਹਰਫਾਂ 'ਚ ਜਾਂ ਥੋੜ੍ਹੇ ਸ਼ਬਦਾਂ 'ਚ ਜਾਂ ਕਹਿ ਲਓ ਥੋੜ੍ਹੇ ਸਮੇਂ 'ਚ ਇਹਨੂੰ ਸਮੇਟਿਆ ਨਹੀਂ ਜਾ ਸਕਦਾ। ਬੜੀ ਲੰਮੀ ਗਾਥਾ ਆ ਇਹਦੇ ਸਾਰੇ ਦੀ, ਜਿਹਦਾ ਮਨੁੱਖ ਇੱਕ ਅੰਗ ਆ ਤੇ ਪਹਾੜ ਵੀ। ਤੁਸੀਂ ਪਹਾੜਾਂ ਦੀ ਗੱਲ ਕੀਤੀ ਆ, ਪਰ ਉਹ ਤੋਂ ਪਹਿਲਾਂ ਕੁਦਰਤ ਦੀ ਗੱਲ ਕਰਨੀ ਵੀ ਜ਼ਰੂਰੀ। ਪਹਾੜਾਂ ਦੀ ਗੱਲ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਆ ਇਸ ਸੰਦਰਭ ਦੇ ਵਿੱਚ, ਕਿਉਂਕਿ ਬੀਤੇ ਦਿਨਾਂ 'ਚ ਕੁਝ ਲੈਂਡਸਲਾਈਡਿੰਗ, ਜਿਹਨੂੰ ਪੰਜਾਬੀ 'ਚ ਪਹਾੜਾਂ ਦਾ ਖਿਸਕਾ ਵੀ ਕਿਹਾ ਜਾਂਦਾ ਆ, ਉਹ ਹੋਇਆ, ਵਾਪਰਿਆ। ਤੇ ਉਹਦੇ ਨਾਲ ਮਨੁੱਖੀ ਜਾਨਾਂ ਵੀ ਗਈਆਂ, ਸਾਡੇ ਜਾਇਦਾਦ ਦਾ ਵੀ ਨੁਕਸਾਨ ਹੋਇਆ। ਉਹਦੇ ਸੰਦਰਭ 'ਚ ਮੀਡੀਆ 'ਚ ਤੇ ਖੁੰਡ ਚਰਚਾ 'ਚ ਗੱਲ ਤਾਂ ਤੁਰੀ ਆ, ਪਰ ਉਸ ਰੂਪ 'ਚ ਨਹੀਂ ਜਿਸ ਰੂਪ 'ਚ ਤੁਰਨੀ ਚਾਹੀਦੀ। ਦਰਅਸਲ ਅਸੀਂ ਪਹਾੜਾਂ ਨੂੰ ਵਿਸਾਰ ਛੱਡਿਆ। ਜਿਵੇਂ ਤੁਸੀਂ ਗੱਲ ਕੀਤੀ ਆ ਵੀ ਅਸੀਂ ਇਹਨਾਂ ਨੂੰ ਮਨੋਰੰਜਨ ਦੇ, ਸੈਰਗਾਹਾਂ ਦੇ ਸਾਧਨ ਸਮਝਦੇ ਹਾਂ, ਜਾਂ ਫਿਰ ਮਿੱਟੀ ਦੇ ਢੇਰ। ਇਵੇਂ ਨਹੀਂ, ਦਰਅਸਲ ਇਵੇਂ ਨਹੀਂ ਜੀ। ਸਾਨੂੰ ਪਤਾ ਹੀ ਨਹੀਂ। ਉਹ ਪਤਾ ਨਾ ਹੋਣ ਦੇ ਕਾਰਨ ਹੀ ਇਹ ਜਿਹੜੀਆਂ ਦਿਖਾਂਤਵਾਦ ਜਾਂ ਤਰਾਸਦੀਆਂ ਪਹਾੜਾਂ ਦੇ ਸੰਦਰਭ 'ਚ ਵਾਪਰਦੀਆਂ। ਪਹਿਲਾਂ ਕੁਦਰਤ ਦੀ ਗੱਲ, ਮਨੁੱਖ ਕੁਦਰਤ ਦੀ ਬਿਹਤਰੀਨ ਪੈਦਾਵਾਰ, ਇਹ ਗੱਲ ਅਸੀਂ ਬਹੁਤੇ ਜਾਣਦੇ ਹਾਂ। ਪਹਿਲਾਂ ਪਾਣੀ, ਮਿੱਟੀ, ਬਨਸਪਤੀ ਦੀ ਇੱਕ ਅਨੰਤ ਗਾਥਾ ਹੈ। ਫਿਰ ਸੂਖਮ ਜੀਵ ਤੋਂ ਵਿਰਾਸਤਾ ਜਾਨਵਰ ਦਾ ਜਾਨਵਰ, ਮਨੁੱਖ ਬਣਨ ਦਾ ਇੱਕ ਲੰਬਾ ਸਫ਼ਰ। ਜੰਗਲਾਂ, ਕੰਡਰਾਂ, ਗੁਫਾਵਾਂ ਤੋਂ ਫਿਰ ਸੁੱਖਾਂ ਨਦੀਆਂ, ਤੜਵੈਲ, ਇਮਾਰਤਾਂ ਤੱਕ ਦਾ ਵੀ ਇੱਕ ਸਫ਼ਰ ਵਾ ਮਨੁੱਖ ਦਾ। ਗੇਲੇ ਜਾਂ ਕਹਿ ਲਈਏ ਪਹੀਏ ਤੋਂ ਲੈ ਕੇ ਰਾਕਟ ਤੱਕ, ਕੁਦਰਤੀ ਵਿਪਤਾਵਾਂ, ਮਹਾਂਮਾਰੀਆਂ ਤੋਂ ਲੈ ਕੇ ਵਿਗਿਆਨਕ ਸਹੂਲਤਾਂ ਤੱਕ, ਇਹਦੇ ਪਿੱਛੇ ਮਨੁੱਖ ਦੀ ਇੱਕ ਲੰਬੀ ਕਹਾਣੀ ਤੇ ਘਾਲਣਾ ਜਿਹੜੀ ਜੁੜੀ ਹੋਈ ਹੈ। ਗੱਲ ਕੀ ਹੁਣ ਦਾ ਆਧੁਨਿਕ ਮਨੁੱਖ ਬਣਨ ਮਗਰ
ਮਨੁੱਖ ਦੀ ਤੇ ਕੁਦਰਤ ਦੀ, ਮਨੁੱਖ ਨਾਲੋਂ ਵੱਧ ਕੇ ਕੁਦਰਤ ਦੀ ਲੱਖਾਂ ਸਾਲਾਂ ਦੀ ਇੱਕ ਲੰਮੀ ਘਾਲਣਾ ਤੇ ਇੱਕ ਬੜੀ ਗੌਰਵਮਈ ਦਾਸਤਾਨ ਹੈ, ਜਿਹਦੇ ਬਾਰੇ ਅਸੀਂ ਬਹੁਤੇ ਜਾਣੂ ਨਹੀਂ। ਪਰ ਇਸੇ ਕੁਦਰਤ ਦੀ ਦੇਣ ਨੂੰ ਅਜੋਕੇ ਮਨੁੱਖ ਨੇ, ਆਧੁਨਿਕ ਮਨੁੱਖ ਨੇ ਮੰਡੋਲਣਾ ਸ਼ੁਰੂ ਕਰ ਦਿੱਤਾ। ਉਹ ਇਹ ਤੋਂ ਸਾਰਾ ਕੁਝ ਖੋਹ ਲੈਣਾ ਚਾਹੁੰਦਾ ਹੈ, ਇਹਦਾ ਸਰਤਾਜ ਬਣਨਾ ਚਾਹੁੰਦਾ ਆ। ਇਹੀ ਉਹ ਗੱਲ ਆ ਜਿਹਦੇ ਕਰਕੇ ਸਾਨੂੰ ਮੌਜੂਦਾ ਸੰਕਟਾਂ ਦਾ ਜਾਂ ਮਹਾਂਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਇੱਕ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਆ ਕਿ ਮਨੁੱਖ ਰੱਬੀ ਦੇਣ ਨਹੀਂ, ਇੱਕ ਕੁਦਰਤ ਦੀ ਦੇਣ। ਦਰਅਸਲ ਦੋਹਾਂ ਧਿਰਾਂ ਦਾ ਨਿਖੇੜਾ ਕਰਨਾ ਸਾਡੇ ਲਈ ਬਹੁਤ ਹੀ ਜ਼ਰੂਰੀ। ਅਸੀਂ ਰੱਬ ਮੂਹਰੇ ਅਰਜ਼ੋਈਆਂ ਕਰਦੇ ਹਾਂ, ਉਹਨਾਂ ਨੂੰ ਉਡੀਕਦੇ, ਪਰ ਕੁਦਰਤ ਦੀ ਜਨਮਦਾਤੀ ਜਿਹਨ ਸਾਡੇ ਫਲਸਫਿਆਂ ਨੂੰ, ਦਰਸ਼ਨ ਨੂੰ, ਈਵਨ ਕਿ ਜਾਣੀ ਫਿਲਾਸਫੀ ਨੂੰ ਜਨਮ ਦਿੱਤਾ, ਉਹਨੂੰ ਅਸੀਂ ਭੁੱਲੀ ਬੈਠੇ ਹਾਂ। ਮਨੁੱਖ ਕੁਦਰਤ ਦਾ ਜਿਹੜਾ ਸਰਮੌਰ ਅੰਗ ਆ, ਮਿੱਟੀ, ਹਵਾ, ਪਾਣੀ, ਸੂਰਜ ਜਾਂ ਜਾਣੀ ਅਗਨੀ ਕਹਿ ਸਕਦੇ ਹਾਂ, ਆਕਾਸ਼ ਅਰਥਾਤ ਟਾਈਮ ਦਾ ਪੰਜਾਂ ਤੱਤਾਂ ਦਾ ਪੁਤਲਾ ਆ। ਇਹ ਸਾਡੇ ਗੱਲ ਸਾਨੂੰ ਸਾਡੇ ਪੁਰਖੇ ਵੀ ਸਾਨੂੰ ਸਮਝਾਉਂਦੇ ਆਏ। ਮੌਜੂਦਾ ਜਿਹੜੇ ਵਿਗਿਆਨਕ ਖੋਜਾਂ ਨੇ ਇਹ ਗੱਲ ਸਿੱਧ ਕਰ ਦਿੱਤੀ ਕਿ ਪੰਜ ਇਹ ਮੇਜਰ ਤੱਤ ਆ, ਮਿੱਟੀ, ਪਾਣੀ, ਹਵਾ, ਆਕਾਸ਼ ਤੇ ਅਗਨੀ, ਇਹ ਪੰਜ ਮੇਜਰ ਤੱਤ। ਪਰ ਇਹ ਹੁਣ ਤੱਤਾਂ ਦੀ ਜਿਹੜੀ ਗਿਣਤੀ ਖੋਜ ਪੜਤਾਲ ਦੇ ਨਾਲ 90 ਤੋਂ ਟੱਪ ਗਈ ਆ, ਕਿਉਂਕਿ ਮਿੱਟੀ 'ਚ ਬਹੁਤ ਸਾਰੇ ਤੱਤ ਆ, ਹਵਾ 'ਚ ਬਹੁਤ ਕਿਸਮ ਦੀਆਂ ਗੈਸਾਂ ਆ, ਤੇ ਪਾਣੀ ਤਾਂ ਸਾਰਿਆਂ ਨੂੰ ਪਤਾ ਹੀ ਆ ਵੀ ਹਾਈਡਰੋਜਨ ਤੇ ਆਕਸੀਜਨ ਦੋ ਇਹ ਜਿਹੜਾ ਯੋਗਕਾਂ ਦਾ ਬਣਿਆ ਹੋਇਆ ਆ। ਇਹ 90 ਤੋਂ ਵੱਧ ਤੱਤ ਆ, ਪਰ ਅਸੀਂ ਪੰਜਾਂ ਤੱਤਾਂ ਨੂੰ ਹੀ ਸੰਬੋਧਿਤ ਹੁੰਦੇ ਆ ਤੇ ਸੰਬੋਧਿਤ ਹੋਣਾ ਚਾਹੀਦਾ ਆ। ਇਹ ਜ਼ਰੂਰੀ ਆ, ਖਾਸ ਕਰਕੇ ਮਿੱਟੀ, ਪਾਣੀ ਤੇ ਹਵਾ ਨੂੰ। ਮਨੁੱਖ ਨੇ ਹੁਣ ਇਹਨਾਂ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ ਹੈ। ਮੋੜਵੇਂ ਰੂਪ ਚ ਮਨੁੱਖ ਖਾਤਮੇ ਵੱਲ ਵੱਧ ਰਿਹਾ ਹੈ। ਜਲ ਸੰਕਟ ਦੀ ਗੱਲ ਤੁਰਦੀ ਆ, ਮਿੱਟੀ ਦੇ ਜ਼ਹਿਰੀਲੇ ਹੋਣ ਦੀ ਗੱਲ ਤੁਰਦੀ ਆ। ਫਿਕਰਮੰਦੀ ਤਾਂ ਇੰਨੀ ਜ਼ਾਹਰ ਕੀਤੀ ਜਾ ਰਹੀ ਆ ਵੀ ਖੇਤਾਂ ਦੇ ਵਿੱਚ ਹੁਣ ਭੋਜਨ ਨਹੀਂ ਉੱਗਦਾ, ਮੌਤ ਉੱਗਦੀ ਹੈ। ਮਿੱਟੀ ਤਾਂ ਸਾਨੂੰ ਭੋਜਨ ਦਿੰਦਾ ਹੈ ਸਾਡੇ ਜਿੰਦਾ ਰਹਿਣ ਲਈ, ਪਰ ਮੌਤ ਗਾਣ ਦਾ ਜ਼ਿੰਮੇਵਾਰ ਮਿੱਟੀ ਜਾਂ ਕੁਦਰਤ ਨਹੀਂ, ਮਨੁੱਖ। ਇਹੀ ਉਹ ਗੱਲ ਆ ਜਿਹੜੀ ਸਾਡੇ ਪੱਲੇ ਨਹੀਂ ਪੈਂਦੀ, ਪਰ ਅਸੀਂ ਮੁਨਾਫਿਆਂ ਮਗਰ, ਅਸੀਂ ਆਪਣੀ ਇੱਕ ਲਾਲਸਾ ਮਗਰ, ਅਸੀਂ ਅਖੌਤੀ ਭੌਤਿਕ ਸਹੂਲਤਾਂ ਮਗਰ ਦੌੜੇ ਫਿਰਦੇ ਹਾਂ। ਪਰ ਮੇਰਾ ਇਹ ਕਹਿਣਾ ਤੇ ਮੰਨਣਾ ਆ ਵੀ ਇਹਦੇ ਪਿੱਛੇ ਮਨੁੱਖ ਨਾਲੋਂ ਵੱਡਾ ਕਸੂਰ ਸਾਡੀਆਂ ਲਟੇਰੀਆਂ ਹਾਕਮ ਜਮਾਤਾਂ ਦਾ ਆ ਤੇ ਮੌਜੂਦਾ ਸਿਸਟਮ ਦਾ ਆ। ਇਹ ਵੀ ਇੱਕ ਲੰਮੀ ਗਾਥਾ ਆ, ਕਿਤੇ ਫੇਰ ਸਹੀ ਵੀ ਮਨੁੱਖ ਨਾਲੋਂ ਵੱਧ ਕੇ ਮੌਜੂਦਾ ਸਿਸਟਮ ਦਾ ਕਸੂਰ ਕਿਉਂ ਵੱਧਵਾਂ ਹੈ। ਮੌਜੂਦਾ ਸਿਸਟਮ ਦੇ ਵਿੱਚ ਪੂੰਜੀਵਾਦ ਆਏਗਾ। ਹਾਂ, ਸਾਰਾ ਕੁਛ ਆਊਗਾ, ਕਾਰਪੋਰੇਟਸ ਆਉਂਗੇ। ਅਸੀਂ ਇਹਨੂੰ ਸੌਖੇ ਰੂਪ ਚ ਕਹਿ ਸਕਦੇ ਹਾਂ ਲਟੇਰੀਆਂ ਹਾਕਮ ਜਮਾਤਾਂ। ਇਹਦੇ ਚ ਐ ਨਹੀਂ ਹੁੰਦਾ ਵੀ ਰਾਜ ਕੌਣ ਕਰ ਰਿਹਾ। ਦਰਅਸਲ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਗੱਦੀ ਉੱਤੇ ਕਾਲਾ ਬੈਠਾ ਹੈ ਕਿ ਗੋਰਾ ਬੈਠਾ। ਫਰਕ ਤਾਂ ਇਸ ਗੱਲ ਦਾ ਪੈਂਦਾ ਵੀ ਹਾਕਮ ਦੀਆਂ ਨੀਤ ਕੀ ਹੈ ਤੇ ਨੀਤੀਆਂ ਕੀ ਆ। ਵਡੇਰੇ ਸੰਦਰਭ ਹਾਕਮ ਜਮਾਤਾਂ ਲੈ ਸਕਦੇ ਆ, ਟੋਟਲ ਆ ਕਿਸਮ ਦੀਆਂ ਜਿਹੜੀਆਂ ਧਨ ਕੁਬੇਰਾਂ ਦੀਆਂ ਤੇ ਕਾਰਪੋਰੇਟਸ ਦੀਆਂ ਪ੍ਰਤਿਪਾਲਕ ਆ, ਕਿਸੇ ਨਾ ਕਿਸੇ ਰੂਪ ਚ, ਕੋਈ ਵੱਧ ਤੇ ਕੋਈ ਘੱਟ। ਤੇ ਇੱਕ ਗੱਲ ਜਿਹੜੀ ਮੈਂ ਆਮ ਤੌਰ ਤੇ ਵਰਤਦਾ ਰਿਹਾ, ਮੈਂ ਪਹਿਲਾਂ ਹੀ ਸਪਸ਼ਟ ਕਰਦੇ ਕਿ ਮੈਂ ਖੇਤੀਬਾੜੀ ਯੂਨੀਵਰਸਿਟੀ ਚ ਮੈਨੂੰ ਪੜ੍ਹਨ ਦਾ ਮੌਕਾ ਮਿਲਿਆ, ਥੋੜ੍ਹੀਆਂ ਜਿਹੀਆਂ ਜਮਾਤਾਂ। ਫਿਰ ਮੈਨੂੰ ਕੁਦਰਤੀ ਸੋਮਿਆਂ ਨਾਲ ਜੁੜਿਓ ਮਹਿਕਮੇ ਭੂਮੀ ਤੇ ਜਲ ਸੰਭਾਲ ਚ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਸਾਨੂੰ ਪੜ੍ਹਦੇ ਆ ਤੇ ਸਾਨੂੰ ਕੰਮ ਕਰਦੇ ਆ ਵੇਲੇ ਬਹੁਤ ਸਾਰੀਆਂ ਗੱਲਾਂ ਦਾ ਪਤਾ ਸੀ, ਖਾਸ ਕਰਕੇ ਮੇਰੇ ਵਰਗਿਆਂ ਨੂੰ ਜਿਹੜੇ ਕਿਤਾਬਾਂ ਦੇ ਨਾਲ ਜੁੜੇ ਰਹੇ ਕਿ ਬਹੁਤ ਕੁਛ ਮਾੜਾ ਵਾਪਰਨ ਜਾ ਰਿਹਾ। ਮੈਂ ਇਹ ਗੱਲ ਵੀ ਰੱਖਦਾ ਰਿਹਾ ਕਿ ਸਾਨੂੰ ਪਤਾ, ਅਸੀਂ ਲੋਕਾਂ ਨੂੰ ਦੱਸੀਏ।
ਜੇ ਅਸੀਂ ਨਹੀਂ ਦੱਸਾਂਗੇ ਤੇ ਦਰਅਸਲ ਅਸੀਂ ਆਪਣੇ ਫਰਜ਼ਾਂ ਤੋਂ ਭੁਗੌੜੇ ਆ, ਤੇ ਇਹ ਵੀ ਇੱਕ ਕਿਸਮ ਦਾ ਅਸੀਂ ਲੋਕਾਂ ਦੇ ਨਾਲ ਤੇ ਕੁਦਰਤ ਦੇ ਨਾਲ ਧਰੋ ਕਮਾ ਰਹੇ ਆ। ਮੈਂ ਲਿਖਣਾ ਸ਼ੁਰੂ ਕੀਤਾ ਗਾਹੇ ਬਗਾਹੇ, ਪਰ ਲਿਖਣਾ ਤੇ ਬੋਲਣਾ ਇਹਨਾਂ ਦੋਹਾਂ ਗੱਲਾਂ 'ਚ 180 ਡਿਗਰੀ ਦਾ ਫਰਕ ਆ। ਤੇ ਬੋਲਣਾ ਤੇ ਲੋਕਾਂ ਨੂੰ ਕਾਹਿਲ ਕਰਨਾ ਇਹ ਇੱਕ ਕਲਾ ਆ। ਅਸਲ ਉਸ ਕਲਾ ਤੋਂ ਮੈਂ ਊਣਾ ਆ। ਇਹਦੇ ਊਣੇ ਰਹਿਣ ਦਾ ਕਾਰਨ ਇਹ ਵੀ ਆ ਕਿ ਇਹੋ ਜਿਹੇ ਵਿਸ਼ਿਆਂ ਤੇ ਲਿਖਣਾ ਤੇ ਗੱਲ ਕਰਨ ਲਈ ਬਹੁਤ ਸਾਰੇ ਡੇਟਿਆਂ ਦੀ ਲੋੜ ਪੈਂਦੀ ਆ, ਜਿਹੜੇ ਮੂੰਹ ਜ਼ਬਾਨੀ ਅਕਸਰ ਯਾਦ ਨਹੀਂ ਰਹਿੰਦੇ। ਸਾਨੂੰ ਫਿਰ ਕਾਗਜ਼ਾਂ ਤੇ ਲਿਖ ਕੇ ਉਹਨਾਂ ਵੱਲ ਦੇਖ ਕੇ ਉਹਨਾਂ ਦਾ ਸਹਾਰਾ ਲੈਣਾ ਪੈਂਦਾ। ਜਿਵੇਂ ਤੁਸੀਂ ਗੱਲ ਕੀਤੀ ਪਹਾੜਾਂ ਦੀ ਗੱਲ, ਹੁਣ ਅੱਜ ਦੇ ਦਿਨਾਂ 'ਚ ਲੈਂਡ ਸਲਾਈਡਿੰਗ, ਜਿਹੜੇ ਪਹਾੜ ਖਿਸਕ ਰਹੇ ਆ, ਜਿਹੜੇ ਮਨੁੱਖ ਨੂੰ ਤੇ ਸਾਡੀਆਂ ਜਾਇਦਾਦਾਂ ਨੂੰ, ਮਨੁੱਖ ਦੀਆਂ ਸਿਰਜਕ ਜਾਇਦਾਦਾਂ ਨੂੰ ਮਢੋਲ ਰਹੇ ਆ, ਉਹਨਾਂ ਦੀ ਗੱਲ ਤੁਰੀ ਆ। ਪਰ ਮੈਂ ਜਿਹੜੀ ਗੱਲ ਆਵਾਰਦਾ ਰਿਹਾ ਉਹ ਇਹ ਵੀ ਜਿੰਦਾ ਰਹਿਣ ਲਈ ਸਿਰਫ ਪੈਸਾ ਜਾਂ ਭੌਤਿਕ ਸਹੂਲਤਾਂ ਦੀ ਹੀ ਲੋੜ ਨਹੀਂ ਪੈਂਦੀ। ਅਸਲ ਬਹੁਤ ਕੁਛ ਹੋਰ, ਖਾਸ ਕਰਕੇ ਕੁਦਰਤ ਦੇ ਸਾਥ ਦੀ ਸਾਨੂੰ ਲੋੜ ਪੈਂਦੀ ਹੈ, ਜਿਹਦੇ ਨਾਲ ਅਸੀਂ ਸਮੇਂ ਬੰਧੀ ਜ਼ਿੰਦਗੀ ਜਿਹੜੀ ਜੀ ਸਕਦੇ ਹਾਂ। ਦਰ ਹਕੀਕਤ ਜੇ ਮਨੁੱਖ ਨੇ ਜਾਂ ਸਮੁੱਚੀ ਕਾਇਨਾਤ ਨੇ ਜਿੰਦਾ ਰਹਿਣਾ ਆ ਜਾਂ ਸੁੱਖਾਂ ਲੱਦੀ ਜ਼ਿੰਦਗੀ ਜੀਣੀ ਆ, ਤਾਂ ਇਹਨੂੰ ਮਿੱਟੀ, ਪਾਣੀ, ਹਵਾ, ਆਕਾਸ਼, ਜੰਗਲ, ਬੇਲੇ, ਦਰਿਆਵਾਂ ਸਮੇਤ ਪਹਾੜਾਂ ਅਰਥਾਤ ਸਰ ਸਬਜ਼ ਪਹਾੜਾਂ ਦੀ ਵੀ ਉਨੀ ਹੀ ਲੋੜ ਆ ਜਿੰਨੀ ਮਿੱਟੀ, ਪਾਣੀ ਤੇ ਜੰਗਲਾਂ। ਸਰ ਸਬਜ਼ ਦਾ ਸਿੱਧਾ ਜਿਹਾ ਮਤਲਬ ਬਨਸਪਤੀ ਦੇ ਨਾਲ, ਹਰੇਕ ਚੂਰ ਪਹਾੜਾਂ ਨਾਲ ਦੀ ਸ਼ਬਦਾਵਲੀ ਨਾਲ ਜੁੜਿਆ ਹੋਇਆ ਹੈ। ਪਰ ਅਸੀਂ ਤਾਂ ਪਹਾੜਾਂ ਦੀ ਮਹੱਤਤਾ ਦੇਣ ਤੇ ਇਹਨਾਂ ਦੀ ਅਪਾਰ ਕਿਰਪਾ ਨੂੰ ਸਮਝਦੇ ਨਹੀਂ। ਅਸੀਂ ਤਾਂ ਇਹਨੇ ਨੂੰ ਨਰੋਲ ਸੈਰਗਾਹਾਂ ਜਾਂ ਆਮਦਨ ਦੇ ਸਾਧਨ ਸਮਝ ਲਿਆ, ਜਿਹਦਾ ਜ਼ਿਕਰ ਤੁਸੀਂ ਹੀ ਕਰ ਦਿੱਤਾ। ਪਹਾੜਾਂ ਦਾ ਖਿਸਕਣਾ ਜਾਂ ਢਹਿ ਢੇਰੀ ਹੋ ਜਾਣਾ, ਜਾਂ ਇੱਕ ਜਲ ਸਲਾਬ ਸ਼ਬਦ ਵਰਤ ਲਿਆ ਜਾਂਦਾ, ਅੰਗਰੇਜ਼ੀ 'ਚ ਲੈਂਡ ਸਲਾਈਡਿੰਗ ਵਰਤ ਲਈ ਜਾਂਦੀ ਆ। ਇਹਦੀ ਚਰਚਾ ਜਿਹੜੀ ਆ ਉਹਦਾ ਬੀਤੇ ਸਮਿਆਂ 'ਚ ਨੇਪਾਲ ਤੇ ਉੱਤਰਾਖੰਡ 'ਚ ਵਾਪਰੇ ਜਾਂ ਆਏ ਜਲ ਸਲਾਬਾਂ ਤੋਂ ਤੁਰੀ ਆ, ਜਿਨ ਆਬਾਦੀਆਂ ਹੀ ਨਹੀਂ, ਸਾਡੇ ਖੇਤ ਵੀ ਨਿਕਲ ਲਏ, ਸਾਡੇ ਵੱਡੇ ਵੱਡੇ ਪ੍ਰੋਜੈਕਟ ਵੀ ਨਿਕਲ ਲਏ, ਮਨੁੱਖੀ ਜਾਨਾਂ ਤਾਂ ਗਈਆਂ ਹੀ। ਹੁਣ ਮਹਾਰਾਸ਼ਟਰ 'ਚ ਤੇ ਜਿਹੜੇ ਹਿਮਾਚਲ 'ਚ ਇਹ ਲੈਂਡ ਸਲਾਈਡਿੰਗ ਨਾਲ ਦਿਖਾਂਤ ਵਾਪਰੇ ਆ, ਉਹਦੇ ਕਰਕੇ ਜਿਹੜੀ ਚੁੰਝ ਚਰਚਾ ਤੇਜ਼ ਹੋਈ ਆ। ਤੇ ਉਹੀ ਇੱਕ ਕਾਰਨ ਸੀ ਕਿ ਮੈਨੂੰ ਇੱਕ ਮੌਕਾ ਜਾਂ ਬਹਾਨਾ ਮਿਲਿਆ ਕਿ ਮੈਂ ਅਖਬਾਰਾਂ 'ਚ ਕੁਝ ਲੇਖ ਲਿਖੇ ਆ, ਜਾਂ ਸਮਝ ਲਓ ਉਹਨੇ ਮੇਰੇ ਤੋਂ ਲਿਖਵਾ ਲਿਆ। ਉਹਨਾਂ ਦੀ ਵੀ ਚਰਚਾ ਹੋਈ ਆ, ਜਿਹਦੀ ਬਦੌਲਤ ਤੇ ਤੁਸੀਂ ਮੇਰੇ ਨਾਲ ਇਹ ਇੰਟਰਵਿਊ ਕਰਨ 'ਚ ਜਿਹੜਾ ਇੰਟਰਸਟ ਲਿਆ। ਪਹਾੜ ਮਿੱਟੀ ਦੇ ਮਹਿਜ ਢੇਰ ਨਹੀਂ ਹੁੰਦੇ, ਬੜਾ ਕੁਝ ਆ ਇਹਨਾਂ ਦੇ ਉੱਤੇ ਤੇ ਇਹਨਾਂ ਦੇ ਵਿੱਚ। ਜਰਖੇਜ਼ ਮਿੱਟੀ, ਖਣਿਜ ਪਦਾਰਥ, ਜੰਗਲ, ਬੇਲੇ, ਮਨ ਮੋਹਦੇ ਦ੍ਰਿਸ਼, ਇਹੀ ਕੁਛ ਆ ਜਿਹੜਾ ਸਾਨੂੰ ਖਿੱਚਦਾ ਕਿ ਅਸੀਂ ਪਹਾੜਾਂ ਨੂੰ ਚਾਲੇ ਪਾਈਏ। ਪਹਾੜਾਂ ਨੂੰ ਦੋ ਤਰ੍ਹਾਂ ਚਾਲੇ ਪਾਏ ਜਾਂਦੇ ਆ, ਇੱਕ ਤਾਂ ਮਿੱਥ ਨਾਲ ਸੰਬੰਧਿਤ ਦੇਵਤਿਆਂ ਨੂੰ ਪੂਜਣ ਲਈ ਜਾਂ ਉਹਨਾਂ ਨੂੰ ਲੱਭਣ ਦੇ ਲਈ, ਜਾਂ ਇਤਿਹਾਸ ਨਾਲ ਸੰਬੰਧਿਤ, ਤੇ ਦੂਜਾ ਜਾਣੀ ਕੁਦਰਤ ਦਾ ਆਨੰਦ ਮਾਣਨ ਲਈ। ਪਰ ਕੁਦਰਤ ਦਾ ਆਨੰਦ ਮਾਣਨ ਦੇ ਨਾਲ ਜੁੜਦੇ ਹੋਏ ਅਸੀਂ ਉਸ ਪਹਾੜਾਂ ਤੇ ਕੁਦਰਤ ਦੇ ਵਿੱਚ ਹੀ ਖਲਲ ਪਾਉਣਾ ਜਿਹੜਾ ਸ਼ੁਰੂ ਕਰ ਦਿੱਤਾ। ਬੰਬੇਲੀ ਸਾਹਿਬ ਇੱਕ ਸੈਕਿੰਡ ਮੈਂ ਰੁਕਣਾ ਚਾਹੁੰਦਾ ਤੁਹਾਨੂੰ। ਹਾਂਜੀ। ਆਨੰਦ ਮਾਣਨ ਲਈ ਜਾਂਦੇ ਪਹਾੜਾਂ ਵੱਲ। ਹਾਂਜੀ। ਮੈਨੂੰ ਲੱਗਦਾ ਆਨੰਦ ਦਾ ਤੇ ਚਸਕੇ ਦਾ ਬੜਾ ਵੱਡਾ ਇੱਕ ਫਰਕ ਹੁੰਦਾ ਹੈ। ਜਿਹੜਾ ਚਸਕਾ ਜਦੋਂ ਕੋਈ ਕਿਸੇ ਦਾ ਖੂਨ ਚੂਸਦਾ ਹੈ, ਭਾਵੇਂ ਉਹ ਭ੍ਰਿਸ਼ਟਾਚਾਰ ਨਿਜ਼ਾਮ ਹੋਵੇ ਤੇ ਭਾਵੇਂ ਕੋਈ ਮਨੁੱਖ ਦਾ ਖੂਨ ਚੂਸਦਾ ਹੈ, ਤੇ ਉਹ ਇਹ ਨਹੀਂ ਦੇਖਦਾ ਵੀ ਇਹਦੇ ਨਾਲ ਆਨੰਦ ਬਣਨਾ, ਉਹਨੂੰ ਚਸਕਾ ਹੁੰਦਾ ਹੈ ਤੇ ਉਹਨੂੰ ਉਹਦੇ ਵਿੱਚੋਂ, ਜਿੱਦਾਂ ਕੁੱਤੇ ਨੂੰ ਹੱਡੀ ਵਿੱਚੋਂ ਸਵਾਦ ਆਉਂਦਾ ਹੈ ਨਾ, ਹੱਡੀ ਨੂੰ ਚੂਸ ਕੇ ਆਪਣੇ ਖੂਨ ਦਾ, ਤੇ ਉਹਦੇ ਆਪਣੇ ਮੂੰਹ ਤੇ ਵੀ ਖੂਨ ਜਿਹੜਾ ਉਹ ਚੂਸ ਰਿਹਾ ਹੁੰਦਾ। ਤੇ ਸਾਡੇ ਲੋਕ ਇਹ ਕੁਦਰਤ ਦਾ ਖੂਨ ਪੀਣ ਜਾਂਦੇ ਨੇ, ਉੱਥੇ ਆਨੰਦ ਬਣਾਉਣ ਜਾਂ ਆਨੰਦ ਮਾਣਨ ਜਾਂ ਆਨੰਦ ਲੈਣ ਵਾਲੀ
ਕੋਈ ਪਹੁੰਚ ਨਹੀਂ ਅਪਣਾਉਂਦੇ। ਇਸ ਮੇਰੀ ਗੱਲ ਨੂੰ ਤੁਸੀਂ ਕਿੰਨਾ ਕੁ ਸਹਿਮਤੀ ਦਿੰਦੇ ਹੋ? ਹਾਂ, ਮਨੁੱਖ ਜਿਹੜਾ ਆ, ਹੁਣ ਦਾ ਮਨੁੱਖ ਜਿਹੜਾ, ਹੁਣ ਦਾ ਜਿਹੜਾ ਇਹ ਮਨੁੱਖ ਆ, ਸਵੈ ਕੇਂਦਰਤ, ਇਹ ਲਾਲਸਾ ਦਾ ਭੁੱਖਾ, ਜਿਹੜਾ ਮੁਨਾਫਿਆਂ ਦਾ ਭੁੱਖਾ, ਭੌਤਿਕ ਸਹੂਲਤਾਂ ਦੇ ਮਗਰ ਦੌੜਿਆ ਫਿਰਦਾ ਜਿਹੜਾ ਮਨੁੱਖ ਆ, ਇਹ ਜਿੰਦਾ ਜੀਵਾਂ ਦਾ ਹੀ ਖੂਨ ਨਹੀਂ ਚੂਸਦਾ। ਦਰਅਸਲ ਬੇਜਾਨ ਚੀਜ਼ਾਂ ਜਿਨ੍ਹਾਂ ਨੂੰ ਇਹ ਸਮਝਦਾ ਉਹਦਾ ਵੀ ਖੂਨ ਚੂਸਦਾ। ਇਸ਼ਾਰਾ ਤੁਸੀਂ ਦਿੱਤਾ। ਪਹਿਲੀ ਤਾਂ ਗੱਲ ਇਹ ਆ ਵੀ ਇਹ ਕੁਦਰਤ ਨੂੰ ਬੇਜਾਨ ਸਮਝਦਾ। ਗੱਲ ਇਵੇਂ ਨਹੀਂ, ਦਰਿਆ ਵੀ ਜਿੰਦਾ ਚੀਜ਼ ਆ, ਪਹਾੜ ਵੀ ਜਿੰਦਾ ਚੀਜ਼। ਸਾਨੂੰ ਜੋ ਪੜ੍ਹਾਉਂਦੇ ਰਹੇ ਆ ਕਿ ਸੋਇਲ ਇਜ਼ ਏ 3 ਡਾਇਮੈਂਸ਼ਨ ਲਿਵਿੰਗ ਬੋਡੀ। ਮਿੱਟੀ ਲੰਬਾਈ, ਚੜਾਈ ਤੇ ਡੂੰਘਾਈ ਚ 3 ਦਿਸ਼ਾਵਾਂ ਚ ਜਿੰਦਾ ਚੀਜ਼ ਆ। ਕਿੰਨਿਆਂ ਕੁ ਨੂੰ ਇਸ ਗੱਲ ਦਾ ਪਤਾ? ਦਰਿਆ ਜਿੰਦਾ ਚੀਜ਼ ਆ, ਦਰਿਆਵਾਂ ਨੂੰ ਜਿੰਦਾ ਰਹਿਣ ਦਾ ਹੱਕ ਆ। ਕਿੰਨਿਆਂ ਕੁ ਨੂੰ ਇਸ ਗੱਲ ਦਾ ਪਤਾ? ਕਿੰਨੇ ਕੁ ਲੋਕ ਸਮਝਦੇ ਆ ਕਿ ਜੰਗਲਾਂ ਨੂੰ ਵੀ ਜਿੰਦਾ ਰਹਿਣ ਚ, ਰੱਖਣ ਚ, ਜਾਂ ਉਹਨਾਂ ਨੂੰ ਜਿੰਦਾ ਰਹਿਣ ਦਾ ਉਨਾ ਹੀ ਹੱਕ ਆ ਜਿੰਨਾ ਸਾਨੂੰ। ਕਿਉਂ? ਜੰਗਲਾਂ ਦਾ ਇੱਕ ਬੜਾ ਹੀ ਸੂਖਮ ਸੰਸਾਰ ਵਾ। ਇਵੇਂ ਪਹਾੜਾਂ ਦਾ ਵੀ ਇੱਕ, ਪਹਾੜਾਂ ਦੀ ਵੀ ਸੂਖਮ ਵੀ ਦੁਨੀਆ ਆ ਤੇ ਉਹਨਾਂ ਦੀ ਇੱਕ ਜਟਲ ਦੁਨੀਆ ਵੀ ਆ। ਜਿਵੇਂ ਮੈਂ ਪਹਿਲਾਂ ਹੀ ਕਹਿਤਾ ਕਿ ਬਬੇਲੀ ਸਾਹਿਬ, ਮੈਨੂੰ ਖਿਮਾ ਕਰਨਾ, ਤੁਹਾਡਾ ਜਿਹੜਾ ਪਿੰਡ ਹੈ ਮੈਨੂੰ ਲੱਗਦਾ ਕੰਢੀ ਖੇਤਰ ਦੇ ਨਾਲ ਜੁੜਦਾ ਹੋਏਗਾ ਤੇ ਤੁਸੀਂ ਜੰਗਲਾਂ ਦੇ ਵੀ ਨੇੜੇ ਤੇੜੇ ਰਾਬਤਾ ਰੱਖਦੇ ਹੋ। ਤੇ ਜਦੋਂ ਜੰਗਲਾਂ ਚੋਂ ਨਿਕਲ ਕੇ ਜਾਨਵਰ ਆ ਜਾਂਦੇ ਨੇ ਤੇ ਫਿਰ ਅਸੀਂ ਉਹਨਾਂ ਨੂੰ, ਜਾਨਵਰਾਂ ਨੂੰ ਦੋਸ਼ੀ ਠਹਿਰਾਉਂਦੇ ਹਾਂ ਕਿ ਸਾਡਾ ਇਹ ਨੁਕਸਾਨ ਹੋ ਗਿਆ, ਇਹ ਨੁਕਸਾਨ ਹੋ ਗਿਆ। ਪਰ ਕਦੀ ਅਸੀਂ ਇਸ ਗੱਲ ਦਾ ਖਿਆਲ ਕੀਤਾ ਵੀ ਇਹ ਉਹਨਾਂ ਦੇ ਰਹਿਣ ਦੇ ਥਾਂ ਸੀ, ਇਹ ਕੁਦਰਤ ਵਾਲੀ ਜਿਹੜੀ ਥਾਂ ਸੀ ਉਹ ਮਨੁੱਖ ਨੇ ਜਾ ਕੇ ਉੱਥੇ ਕਬਜ਼ੇ ਕੀਤੇ ਆ। ਤੇ ਅੱਜ ਅਸੀਂ ਜਦੋਂ ਕੰਢੀ ਖੇਤਰ 'ਚ ਦੇਖਦੇ ਹਾਂ ਤੇ ਫਿਰ ਅਸੀਂ ਕਹਿੰਦੇ ਜੀ ਸਾਡੇ ਕੋਲ ਜਾਨਵਰ ਕੰਟਰੋਲ ਨਹੀਂ ਹੋ ਰਿਹਾ, ਇਹ ਸਾਡੀਆਂ ਫਸਲਾਂ ਤਬਾਹ ਕਰ ਰਹੇ ਨੇ, ਇਹ ਸਾਡੇ ਜਾਨਵਰਾਂ ਨੂੰ ਜਾਂ ਸਾਡੇ ਪਸ਼ੂਆਂ ਨੂੰ ਜੰਗਲੀ ਜਾਨਵਰ ਆ ਕੇ ਮਾਰ ਜਾਂਦੇ ਨੇ। ਤੇ ਇਹ ਮਾੜਾ ਜਿਹਾ ਇਸ਼ਾਰਾ ਮੈਂ ਤੁਹਾਡਾ ਲੈਣਾ ਚਾਹੁੰਦਾ ਇੱਥੇ। ਦਰਅਸਲ ਜਦ ਤੁਸੀਂ ਕਿਸੇ ਦਾ ਘਰ ਤਬਾਹ ਕਰੋਗੇ, ਮਨੁੱਖ ਦੇ ਸੰਦਰਭ ਵਿੱਚ ਲੈ ਲਓ, ਬੇਰੁਜ਼ਗਾਰੀ ਦਿਓਗੇ, ਸਾਡਾ ਸੱਭਿਆਚਾਰ ਕਹੋਗੇ, ਸਾਡੀ ਮਨੁੱਖੀ ਕਦਰਾਂ ਕੀਮਤਾਂ, ਸਾਡਾ ਸੁੱਖ ਚੈਨ ਕਹੋਗੇ, ਯਾਨੀ ਵੱਡੇ ਸੰਦਰਭ ਵਿੱਚ ਜਦ ਸਾਡੇ ਘਰ ਨੂੰ ਤੁਸੀਂ ਤਬਾਹ ਕਰੋਗੇ ਤਾਂ ਅਸੀਂ ਮਾਈਗ੍ਰੇਟ ਕਰਾਂਗੇ। ਇਹੀ ਗੱਲ ਹੈ ਜਾਨਵਰਾਂ ਤੇ ਲਾਗੂ ਹੁੰਦੀ ਹੈ। ਉਹਨਾਂ ਦਾ ਘਰ ਜਿਹੜਾ ਉਹ ਜੰਗਲ ਵੇਲੇ ਆ। ਜਦ ਅਸੀਂ ਉਹਨਾਂ ਦੇ ਬੇਕਿਰਕ ਦਖਲਅੰਦਾਜ਼ੀ ਕਰਾਂਗੇ, ਉਹਨਾਂ ਨੂੰ ਨਿਗਲਣਾ ਸ਼ੁਰੂ ਕਰ ਦੇਵਾਂਗੇ ਜੰਗਲਾਂ ਪਹਾੜਾਂ ਨੂੰ, ਤੇ ਜਿਹੜਾ ਫਿਰ ਜਾਨਵਰ ਵਾ ਉਹ ਤਾਂ ਫਿਰ ਮੈਦਾਨਾਂ ਵੱਲ ਨੂੰ ਆਊਗਾ ਹੀ। ਤੇ ਕਸੂਰ ਫਿਰ ਉਹ ਜਾਨਵਰ ਦਾ ਨਹੀਂ, ਕਸੂਰ ਮਨੁੱਖ ਦਾ ਆ। ਇਹਦੇ ਤੇ ਵੀ ਲੰਬੀ ਚਰਚਾ ਕੀਤੀ ਜਾ ਸਕਦੀ ਆ। ਇਹ ਇੱਕ ਵੱਖਰਾ ਤੇ ਵੱਡਾ ਤੇ ਬੜਾ ਮਹੱਤਵਪੂਰਨ ਵਿਸ਼ਾ ਹੈ। ਜਿਵੇਂ ਜਣੀ ਅਸੀਂ ਗੱਲ ਕਰ ਲਈ ਵੀ ਪਹਾੜਾਂ ਦੀ ਲੈਂਡਸਲਾਈਡਿੰਗ ਦੀ ਮੁੱਖ ਗੱਲ ਅਸੀਂ ਕਰਨੀ ਆ। ਦਰਅਸਲ ਅਖੌਤੀ ਵਿਕਾਸ ਦੇ ਨਾਂ ਤੇ, ਸੜਕਾਂ ਦੇ ਨਾਂ ਤੇ, ਉੱਥੇ ਅਸਾਰੀਆਂ ਦੇ ਨਾਂ ਤੇ ਉਹ ਕਿਉਂ ਅਸੀਂ ਕਰ ਰਹੇ ਹਾਂ? ਉਹ ਸੈਰਗਾਹਾਂ ਨੂੰ ਡਿਵੈਲਪ ਕਰਨ ਲਈ ਜਾਂ ਮੋੜਵੇਂ ਰੂਪ 'ਚ ਪੈਸਾ ਕਮਾਉਣ ਦੇ ਲਈ। ਉਹਦੇ ਨਾਲ ਜਿਸ ਵੇਲੇ ਉੱਥੇ ਜੰਗਲ ਤਬਾਹ ਹੋਏ, ਬਨਸਪਤੀ ਜਿਹੜੀ ਖਤਮ ਹੋਈ ਜਾਂ ਪਹਾੜ ਪੋਲੇ ਪੈ ਗਏ, ਤਾਂ ਫਿਰ ਇਹ ਲੈਂਡਸਲਾਈਡਿੰਗ ਵਾਪਰਨੀ ਸ਼ੁਰੂ ਹੋ ਗਈ। ਬਨਸਪਤੀ ਦੇ ਜੰਗਲ ਵਾ, ਇਹ ਮਿੱਟੀ ਨੂੰ ਜਕੜ ਕੇ ਰੱਖਦੇ ਆ, ਮਿੱਟੀ ਨੂੰ ਬੰਨ੍ਹ ਕੇ ਰੱਖਦੇ ਆ। ਜਿਸਲੇ ਬੰਨਣ ਵਾਲੀ ਚੀਜ਼ ਨਾ ਰਹੀ, ਮੰਨ ਲਓ ਤੂੜੀ ਦੀ ਪੰਡਵਾ ਜੇ ਤੰਗੜੇ ਨਾ ਰਿਹਾ ਤਾਂ ਤੂੜੀ ਤਾਂ ਖਿਲਰੂਗੀ। ਇਹ ਗੱਲ ਪ੍ਰਮਾਣਿਤ ਹੋ ਚੁੱਕੀ ਆ ਕਿ ਨੰਗੀ ਧਰਤੀ ਦੇ ਉੱਤੇ ਜਦੋਂ ਮੀਂਹ ਦੀਆਂ ਬੂੰਦਾਂ ਡਿੱਗਦੀਆਂ ਤਾਂ ਉਹ ਮਿੱਟੀ ਦੇ ਕਣਾਂ ਨੂੰ 2 ਤੋਂ 5 ਫੁੱਟ ਦੂਰ ਚੱਕ ਕੇ ਸਿੱਟ ਦਿੰਦੀ ਹੈ। ਬੂੰਦਾਂ ਡਿੱਗਦੀਆਂ 2 ਤੋਂ 5 ਫੁੱਟ ਤਾਈਂ ਉਹ ਸਪਲਿਟ ਕਰ ਦਿੰਦੀ ਹੈ, ਜਿਹੜੀ ਮਿੱਟੀ ਬਚਣੀ। ਦੂਜੀ ਗੱਲ, ਪਹਾੜ ਢਲਾਨੀ ਇਲਾਕਾ ਆ। ਜੇ ਆਪਣੀ ਸਲੋਪ ਜਿਹੜੀ ਆ ਢਲਾਨ ਮੈਦਾਨੀ ਇਲਾਕੇ ਨਾਲੋਂ ਪਹਾੜੀ ਇਲਾਕੇ 'ਚ ਦੁੱਗਣੀ ਹੋਵੇ, ਪਰ ਉਹਦੇ ਉੱਤੇ ਬਨਸਪਤੀ ਪਹਾੜਾਂ ਦੇ ਉੱਤੇ ਨਾ ਹੋਵੇ, ਉਹ ਨੰਗ ਢੜੰਗੇ ਹੋਣ, ਮੋਹਰੇ ਅੜਕੇ ਨਾ ਹੋਣ, ਤਾਂ ਮੈਦਾਨ ਨਾਲੋਂ ਦੁੱਗਣੀ ਢਲਾਨ ਵਾਲੇ ਪਹਾੜਾਂ ਦੇ ਵਿੱਚ ਜਿਹੜੀ ਆ ਮੀਂਹ ਦੇ ਪਾਣੀ ਦੇ ਦੌੜਨ ਦੀ ਜਿਹੜੀ ਗਤੀ ਆ ਉਹ 4 ਗੁਣਾ ਹੋ ਜਾਂਦੀ ਹੈ। ਇਹ ਜਿਸਲੇ ਜਿਹੜੀ 4 ਗੁਣਾ ਗਤੀ ਆ, ਇਹ ਮਿੱਟੀ ਨੂੰ, ਪਹਾੜਾਂ ਨੂੰ ਕੱਟ ਵੱਢ ਕਰਨ ਦੀ ਜਿਹੜੀ ਇਹਦੀ ਪਾਵਰ ਆ ਉਹ 32 ਗੁਣਾ ਹੋ ਜਾਂਦੀ ਹੈ।
ਜਿਹਨੂੰ ਭੌਂਖੋਰ ਕਹਿੰਦੇ ਆ, 32 ਗੁਣਾ ਕਰਦੀ ਆ। ਫਿਰ ਇਹ ਜਿਹੜੀ ਦੁੱਗਣੀ ਢਲਾਨ ਆ, 4 ਗੁਣਾ ਕੱਟ ਵੱਢ ਕਰਨੇ ਦੀ ਤਾਕਤ ਆ, ਤੇ ਇਹ 32 ਗੁਣਾ ਮਾਦਾ ਚੱਕਣ ਦੀ ਇਹਦੀ ਸਮਰੱਥਾ ਵੀ ਹੋ ਜਾਂਦੀ। 32 ਗੁਣਾ ਵੱਧ ਇਹ ਭਾਰ ਚੱਕ ਸਕਦੀ, ਉਹ ਜਿਹੜੀ ਸਪੀਡ ਬਣ ਜਾਂਦੀ ਆ। ਪਰ ਇਹ ਕਿਸੇ ਚੀਜ਼ ਨੂੰ ਰੋੜਨ ਦੀ ਜਿਹੜੀ ਇਹਦੀ ਸਮਰੱਥਾ ਹੈ, ਰੋੜ ਕੇ ਲਿਜਾਣ ਦੀ, ਉਹ 64 ਗੁਣਾ ਹੋ ਜਾਂਦੀ ਹੈ। ਦੇਖੋ, ਇਹ ਇੱਕ ਅੰਕੜਾ ਹੈ ਵਿਗਿਆਨ ਦਾ। ਇਹ ਬਾਰ-ਬਾਰ ਪ੍ਰੈਕਟੀਕਲਾਂ 'ਚ ਅਸੀਂ ਬੁੱਝਿਆ ਤੇ ਪ੍ਰੈਕਟੀਕਲੀ ਅਸੀਂ ਦੇਖਿਆ ਵੀ। ਫਿਰ ਜਿਹੜਾ ਇੰਨੀਆਂ ਸਪੀਡ ਦੇ ਨਾਲ ਪਾਣੀ ਆ ਰਿਹਾ, ਮਿੱਟੀ ਮਲਬੇ ਨੂੰ ਲੈ ਕੇ, ਪੱਥਰਾਂ ਨੂੰ ਲੈ ਕੇ, 64 ਗੁਣਾ ਉਹਦੀ ਰੋਣ ਦੀ ਸਮਰੱਥਾ ਹੈਗੀ ਆ। 32 ਗੁਣਾ ਉਹਨੇ ਆਪਣੀ ਤਾਕਤ ਨਾਲੋਂ ਵੱਧ ਭਾਰ ਚੱਕਿਆ ਆ। ਹੁਣ ਤਾਂ ਫਿਰ ਸਾਨੂੰ ਸਾਡੀਆਂ ਜਿਹੜੀਆਂ ਪੈਰਾਂ 'ਚ ਬਸੀਆਂ ਆਬਾਦੀਆਂ ਆ, ਸਾਡੇ ਖੇਤ ਬੰਨੇ ਆ, ਉਹ ਸਾਰੇ ਤਬਾਹ ਕਰਨੇ ਹੀ ਆ, ਸਾਡੀਆਂ ਜਾਇਦਾਦਾਂ ਤਬਾਹ ਕਰਨੀਆਂ। ਇੱਕ ਗੱਲ ਹੋਰ, ਜੇ ਉਹ ਢਲਾਨ ਪਹਾੜਾਂ ਦੀ ਨੰਗੀ ਧਰਤੀ ਦੀ 3 ਗੁਣਾ ਹੋਵੇ ਤਾਂ ਉਹਦੀ ਰੋੜ ਸਮਰੱਥਾ 729 ਗੁਣਾ ਬਣ ਜਾਂਦੀ। ਪਰ ਜਦ ਨੇਪਾਲ ਦਾ ਕੁਝ ਸਾਲ ਪਹਿਲਾਂ ਦਿਖਾਂਤ ਵਾਪਰਿਆ, ਉਹਦੀ ਸਮਰੱਥਾ ਹਜ਼ਾਰਾਂ ਗੁਣਾ ਵੱਧ ਸੀ। ਫਿਰ ਉੱਤਰਾਖੰਡ 'ਚ ਕੇਦਾਰਨਾਥ ਦੀ ਗੱਲ ਆ ਜਾਂਦੀ ਆ। ਬੀਤੇ ਦਿਨਾਂ 'ਚ ਪਹਿਲਾਂ ਰਾਏਗੜ੍ਹ ਮਹਾਰਾਸ਼ਟਰ ਵਗੈਰਾ 'ਚ, ਤਾਂ ਹੁਣ ਸਾਡੇ ਹਿਮਾਚਲ 'ਚ ਕਨੌਰ 'ਚ ਜਾਂ ਸਰਮੌਰ 'ਚ ਇਹ ਆ ਦਿਖਾਂਤ ਰਸ ਦੀਆਂ ਸਾਹਮਣੇ ਆ। ਦੂਜੀ ਗੱਲ ਹੋ, ਇਹ ਜਿਹੜੇ ਬਨਸਪਤੀ ਜਾਂ ਦਰਖਤ ਆ ਪਹਾੜਾਂ ਦੇ ਉੱਤੇ, ਇਹ ਸਿਰਫ ਮਿੱਟੀ ਨੂੰ ਹੀ ਬੰਨ੍ਹ ਕੇ ਨਹੀਂ ਰੱਖਦੇ। 1 ਸਕੁਅਰ ਕਿਲੋਮੀਟਰ ਦੇ ਵਿੱਚ ਜਿਹੜਾ ਭਰਪੂਰ ਜੰਗਲ ਹੁੰਦਾ। ਪਹਿਲਾਂ ਜੰਗਲ ਦੀ ਵਿਆਖਿਆ ਜਿਹੜੀ ਆ, ਉਹ ਇੱਕੋ ਕਿਸਮ ਦੇ ਦਰਖਤਾਂ ਤੋਂ ਨਹੀਂ ਹੁੰਦੀ। ਜੰਗਲ ਦਾ ਭਾਵ ਇੱਕੋ ਕਿਸਮ ਦੇ ਦਰਖਤ ਨਹੀਂ, ਘਾਹ ਤੋਂ ਲੈ ਕੇ ਵਿਸ਼ਾਲ ਦਰਖਤ ਤਾਈਂ ਬਹੁਤ ਕਿਸਮ ਦੀ ਜਿਹੜੀ ਆ ਉਹ ਬਨਸਪਤੀ ਦਾ ਹੋਣਾ, ਘਾਹ ਤੋਂ ਲੈ ਕੇ ਵਿਸ਼ਾਲ ਦਰਖਤਾਂ ਤੱਕ, ਉਹਨੂੰ ਜੰਗਲ ਕਿਹਾ ਜਾਂਦਾ। 1 ਸਕੁਅਰ ਕਿਲੋਮੀਟਰ ਜੰਗਲ ਬਰਸਾਤ ਦੇ ਵਿੱਚ 50 ਲੱਖ ਘਣ ਲੀਟਰ ਪਾਣੀ ਨੂੰ ਧਰਤੀ 'ਚ ਰੀਚਾਰਜ ਕਰ ਸਕਦਾ। ਦੇਖੋ, ਸਾਡੇ ਜਲ ਸੰਕਟ ਦੇ ਵੀ ਨਿਵਾਰਕ ਆ। ਨੰਬਰ 2, ਜੰਗਲ ਇਹ ਮਿੱਟੀ ਦੇ ਸਿਰਜਕ ਆ। ਮਿੱਟੀ ਕੋਈ ਅੰਬਰੋਂ ਨਹੀਂ ਸੀ ਡਿੱਗੀ, ਇਹ ਕੁਦਰਤ ਦੀ ਲੱਖਾਂ ਸਾਲਾਂ ਦੀ ਕਿਰਿਆ ਪ੍ਰਕਿਰਿਆ ਦਾ ਸਿੱਟਾ ਆ। ਇਹਦੇ ਵਿੱਚ ਬਨਸਪਤੀ ਮਿੱਟੀ ਸਿਰਜਣ 'ਚ ਜੰਗਲਾਂ ਦਾ ਵੀ ਬਹੁਤ ਵੱਡਾ ਰੋਲ। 1 ਇੰਚ ਮਿੱਟੀ ਤਿਆਰ ਹੋਣ 'ਚ 1000 ਵਰ੍ਹਾ ਲੱਗ ਜਾਂਦਾ, ਤੇ ਉਹਨੂੰ ਫਰਟਾਈਲ ਹੋਣ 'ਚ, ਜਰਖੇਜ਼ ਹੋਣ 'ਚ 3 ਸਦੀਆਂ ਲੱਗ ਜਾਂਦੀਆਂ। ਪਰ ਅਸੀਂ ਇਸ ਗੱਲ ਜਿਹੜੀ ਆ, ਸਾਨੂੰ ਬਹੁਤਿਆਂ ਨੂੰ ਨਹੀਂ ਪਤਾ। ਇੱਕ ਗੱਲ ਮੈਂ ਹੋਰ, ਨੰਗੀ ਧਰਤੀ ਹੋਵੇ, ਬਿਲਕੁਲ ਨੰਗੀ ਹੋਵੇ, ਤਾਂ 1 ਹੈਕਟੇਅਰ ਦੇ ਵਿੱਚੋਂ 2.5 ਏਕੜਾਂ ਦੇ ਵਿੱਚੋਂ 30 ਟਨ ਮਿੱਟੀ ਸਾਲਾਨਾ ਰੁੜ ਜਾਂਦੀ ਹੈ। ਜਿਹੜੇ ਅੰਕੜੇ ਸਾਡੇ ਸਾਹਮਣੇ ਆਏ ਆ, ਸਾਡੇ ਮੌਜੂਦਾ ਭਾਰਤ ਦੇ ਵਿੱਚ ਮੌਜੂਦਾ ਸਮਿਆਂ 'ਚ ਮੀਂਹਾਂ ਦੇ ਦੌਰਾਨ ਹੀ 6 ਲੱਖ ਟਨ ਜਿਹੜੀ ਮਿੱਟੀ ਆ, ਉਹ ਪ੍ਰਤੀ ਸਾਲ ਰੁੜ ਕੇ ਸਾਡੇ ਜਲ ਸੋਮਿਆਂ 'ਚ ਤੇ ਸਾਡੇ ਸਮੁੰਦਰ 'ਚ ਜਾ ਰਹੀ ਹੈ। ਜਲ ਸੋਮੇ ਜਿਹੜੇ ਜਲ ਕੁੰਡ ਆ ਜਾਂ ਡੈਮਾਂ ਦੇ ਪਿਛਲਾ ਜਿਹੜਾ ਇਲਾਕਾ ਜਿੱਥੇ ਅਸੀਂ ਜਾਣੀ ਪਾਣੀ ਰੋਕਿਆ ਆ, ਉਹਨਾਂ ਦੇ ਪਾਣੀ ਰੋਕਣ ਦੀ ਜਿੱਥੇ ਸਮਰੱਥਾ ਘਟ ਰਹੀ ਆ, ਡੈਮਾਂ ਦੀ ਉਮਰ ਜਿੱਥੇ ਘਟ ਰਹੀ ਆ, ਉੱਥੇ ਸਾਡਾ ਸਮੁੰਦਰ ਜਿਹੜਾ ਪੂਰ ਹੋ ਕੇ ਨਾਲ ਦੀਆਂ ਆਬਾਦੀਆਂ ਨੂੰ ਨਿਗਲਣ ਜਾਣ ਦਾ ਕਾਰਨ ਵੀ ਬਣ ਜਾਣਾ। ਇਹ ਵੀ ਇੱਕ ਬੜਾ ਚਿੰਤਾ ਦਾ ਵਿਸ਼ਾ ਆ। ਮਿੱਟੀ ਖੋਰ, ਇਹਦਾ ਵੀ ਪਹਾੜਾਂ ਦਾ ਖੁਰਨਾ ਤੇ ਜੰਗਲਾਂ ਦਾ ਨਾ ਹੋਣਾ, ਇਹਦੇ ਨਾਲ ਅੰਤਰ ਸੰਬੰਧਿਤ ਆ। ਫਿਰ ਜੇ ਜਿਹੜੀ ਮਿੱਟੀ ਨੰਗੀ ਧਰਤੀ ਤੋਂ ਜਾਂ ਬਨਸਪਤੀ ਵਿਹੂਣੀ ਧਰਤੀ ਤੋਂ ਖੁਰਦੀ ਰਹੇ, ਤਾਂ ਇਹ 25 ਸਾਲਾਂ 'ਚ, ਜਾਣੀ ਸਾਡੀ ਇੱਕ ਪੀੜ੍ਹੀ ਦੇ ਵਿੱਚ 1 ਫੁੱਟ ਮਿੱਟੀ ਤੱਕ ਰੋੜ ਕੇ ਲਿਜਾਣ ਜਾਣ ਦੀ ਸਮਰੱਥਾ ਰੱਖਦੀ ਆ। ਇਹ ਇੱਕ ਹੋਰ ਆਉਣ ਵਾਲੇ ਸਮੇਂ ਦਾ ਬਹੁਤ ਵੱਡਾ ਫਿਕਰਮੰਦੀ ਦਾ ਹਿੱਸਾ ਆ। ਕਿਉਂ? 1 ਫੁੱਟ ਮਿੱਟੀ ਤਾਂ ਇੱਕ ਪਾਸੇ ਰਹੀ, ਸਾਡੀ ਖੇਤੀ ਦਾ ਸਾਰਾ ਦਾਰੋਮਦਾਰ ਤਾਂ ਸਿਰਫ 9 ਇੰਚ ਉਤਲੀ ਤਹਿ ਉੱਤੇ ਟਿਕਿਆ ਹੈ। ਤੇ 9 ਇੰਚ ਦੀ ਜਿਹੜੀ ਗੱਲ ਕਰਨੀ ਹੋਵੇ, ਉਹ ਫਿਰ ਉਹੀ ਗੱਲ ਮੈਂ ਫਿਰ ਦੁਹਰਾਊਂਗਾ ਕਿ 1 ਇੰਚ ਮਿੱਟੀ ਤਿਆਰ ਹੋਣ 'ਚ ਕੁਦਰਤੀ ਤੌਰ ਤੇ 1000 ਵਰ੍ਹਾ ਲੱਗ ਜਾਂਦਾ, ਤੇ ਉਹਨੂੰ ਕੁਦਰਤੀ ਤੌਰ ਤੇ ਜਰਖੇਜ਼ ਬਣਨੇ ਦੇ ਲਈ 3 ਸਦੀਆਂ ਲੱਗ ਜਾਂਦੀਆਂ। 3 ਸਦੀਆਂ ਅਸੀਂ ਕਿ ਮਿੱਟੀ ਦਾ ਇੱਕ ਕਣ ਨਾ ਹੜਨ ਦਿਓ ਤੇ ਪਾਣੀ ਦੀ ਇੱਕ ਟਿੱਪ ਵੀ ਅੰਜਾਈ ਨਾ ਜਾਣ ਦਿਓ। ਅਸੀਂ ਤਾਂ ਹੀ ਵਾਰ-ਵਾਰ ਇਹ ਗੱਲ ਦੁਹਰਾਉਂਦੇ ਹਾਂ। ਹਾਂਜੀ।
ਬਬੇਲੀ ਜੀ, ਗੱਲ ਇਹ ਹੈ ਵੀ ਸਾਡੇ ਸਮਾਜ ਦਾ ਬੜਾ ਵੱਡਾ ਹਿੱਸਾ ਹੁੰਦੇ ਨੇ ਵਿਦਿਆਰਥੀ, ਤੇ ਵਿਦਿਆਰਥੀਆਂ ਦੇ ਮਾਪੇ, ਤੇ ਹਾਂਜੀ ਮਾਪਿਆਂ ਦੇ ਨਾਲ ਅਧਿਆਪਕ। ਤੇ ਇਹ ਤਾਂ ਹਾਂਜੀ ਬਹੁਤ, ਜਦੋਂ ਛੁੱਟੀਆਂ ਗਰਮੀਆਂ ਦੀਆਂ ਹੁੰਦੀਆਂ, ਸੈਰ ਕਰਨ ਲਈ ਜਾਂਦੇ ਨੇ, ਤੇ ਫਿਰ ਇਹਨਾਂ ਹਾਂਜੀ ਪਹਾੜਾਂ ਦੀ ਮਿੱਟੀ ਨੂੰ ਸਾਂਭਣ ਲਈ ਉੱਥੇ ਇਹ ਜ਼ਿੰਮੇਵਾਰ ਵਰਗ ਕਿੰਨੀ ਕੁ ਬਨਸਪਤੀ ਦੀ ਸੰਭਾਲ ਕਰਕੇ ਆਉਂਦੇ ਨੇ, ਕਿੰਨੇ ਕੁ ਨਵੇਂ ਬੂਟੇ ਲਾ ਕੇ ਆਉਂਦੇ ਨੇ, ਜਾਂ ਕਿੰਨੇ ਕੁ ਉੱਥੇ ਜੰਗਲ ਜਿਹੜੇ ਆ ਉਹਨਾਂ ਨੂੰ ਲਾਉਣ ਦੀ ਜਾਂ ਉਹਨਾਂ ਦੀ ਸੁਰੱਖਿਆ ਲਈ ਕੋਈ ਕੰਮ ਕਰਕੇ ਆਉਂਦੇ ਨੇ। ਕੋਈ ਇਦਾਂ ਦਾ ਵੀ ਆਪਣੇ ਕੋਲ ਕੋਈ ਡਾਟਾ ਹੈਗਾ? ਹਾਂ, ਇਹ ਦੋ ਸੰਦਰਭ ਆ, ਹੂੰ ਇੱਕ ਸਰਕਾਰ ਦੇ ਲੈਵਲ ਦਾ, ਇੱਕ ਆਮ ਲੋਕਾਂ ਦਾ। ਪਰ ਸਰਕਾਰ ਦੇ ਲੈਵਲ ਨਾਲੋਂ ਵੀ ਵੱਧ ਕੇ ਸਿਸਟਮ ਦਾ, ਜਿਹਦਾ ਧਨ ਕੁਬੇਰ ਜਿਹੜੇ ਆ ਭਾਰੂ ਹੋਏ ਹੋ ਆ ਸਿਸਟਮ ਤੇ, ਉਹ ਮੁਨਾਫੇ ਦੀ ਲਾਲਸਾ ਚ ਉੱਥੇ ਅਸਾਰੀਆਂ ਕਰ ਰਹੇ ਆ, ਬੇਕਿਰਕ ਅਸਾਰੀਆਂ, ਜਿਹਦੇ ਨਾਲ ਜਿਹੜੇ ਪਹਾੜ ਆ ਉਹ ਪੋਲੇ ਹੋ ਰਹੇ ਆ। ਸਰਕਾਰ ਸੜਕਾਂ ਦੀ ਉਸਾਰੀ, ਡੈਮਾਂ ਦੀ ਉਸਾਰੀ ਕਰ ਰਹੀ ਆ, ਅਨਪਲੈਨਡ ਜਿਹੜਾ ਉਹ ਵਿਕਾਸ ਹੋ ਰਿਹਾ। ਦੇਖੋ, ਜੋ ਅਸੀਂ ਕੁਦਰਤ ਤੋਂ ਜਿੰਨਾ ਲੈਣਾ ਨਾ, ਸਾਨੂੰ ਉਨਾ ਹੀ ਉਹਨੂੰ ਵਾਪਸ ਮੋੜਨਾ ਪੈਣਾ। ਪਰ ਅਸੀਂ ਕੀ ਕਰ ਰਹੇ ਹਾਂ? ਅਸੀਂ ਉੱਥੇ ਪੈਟਰੋਲਿੰਗ ਕਰ ਰਹੇ ਹਾਂ, ਅਸੀਂ ਵੱਡੇ ਵੱਡੇ ਵਹੀਕਲ ਉਹਨਾਂ ਇਲਾਕਿਆਂ 'ਚ ਵੀ ਲਿਜਾ ਰਹੇ ਹਾਂ, ਸੜਕਾਂ ਰਾਹੀਂ ਜਾਂ ਹੋਰ ਸਾਧਨਾਂ ਰਾਹੀਂ, ਵੀ ਉੱਥੇ ਪੈਟਰੋਲਿੰਗ ਹੋ ਰਹੀ ਆ। ਪੈਟਰੋਲ ਦੇ ਨਾਲ ਮਥੇਨ ਗੈਸ ਜਿਹੜੀ ਆ ਅਸੀਂ ਉੱਥੇ ਫੈਲਾ ਰਹੇ ਹਾਂ, ਉਹਨਾਂ ਵਾਤਾਵਰਨ ਦੂਸ਼ਿਤ ਕਰ ਰਹੇ ਹਾਂ, ਨੰਬਰ 1। ਨੰਬਰ 2, ਅਸੀਂ ਫਿਰ ਉੱਥੇ ਖਾਣ ਪੀਣ ਦੀਆਂ ਚੀਜ਼ਾਂ ਪਲਾਸਟਿਕ ਕਲਚਰ ਦੇ ਤੌਰ ਤੇ ਲੈ ਗਏ। ਉਹ ਇੱਕ ਵੱਡਾ ਕੁਦਰਤ ਦੇ ਉਜਾੜੇ ਦਾ, ਪ੍ਰਦੂਸ਼ਣ ਦਾ ਕਾਰਨ ਹੈਗਾ ਆ, ਜਿਹਦੇ ਨਾਲ ਵੀ ਇਹ ਜਿਹੜਾ ਕੁਦਰਤ ਦਾ ਸਮਾਂਪਨ ਜਿਹੜਾ ਉਹ ਭੰਗ ਹੋਇਆ। ਫਿਰ ਇਹਦੇ ਨਾਲ ਸਾਡੇ ਗਲੇਸ਼ੀਅਰ ਵੀ ਪ੍ਰਭਾਵਿਤ ਹੋਏ ਆ, ਗਲੇਸ਼ੀਅਰ ਪਿਘਲਣੇ ਸ਼ੁਰੂ ਹੋ ਗਏ, ਉਹ ਪਿੱਛੇ ਨੂੰ ਮੁੜਨਾ ਸ਼ੁਰੂ ਹੋ ਗਏ। ਸਾਡੇ ਦਰਿਆਵਾਂ ਦੇ ਦੋ ਮੁੱਖ ਸੋਮੇ ਆ, ਇੱਕ ਤਾਂ ਗਲੇਸ਼ੀਅਰ ਵਾ, ਇੱਥੋਂ ਸਾਡੇ ਦਰਿਆ ਨਿਕਲਦੇ ਆ, ਖਾਸ ਕਰਕੇ ਸਾਡੇ ਸਪਤ ਸਿੰਧੂ ਇਲਾਕੇ ਦੇ 70 ਦਰਿਆਵਾਂ ਦੀ ਓਲਡ ਪ੍ਰਾਚੀਨ ਪੰਜਾਬ ਦੀ ਜਿਹੜੀ ਗੱਲ ਤੁਰਦੀ ਆ, ਉਹ 7 ਦਰਿਆਵਾਂ ਦੀ ਜਿਹੜੀ ਦਰਿਆ ਸੇ ਸਾਡੇ, ਉਹ ਗਲੇਸ਼ੀਅਰ ਦੀ ਉਤਪਤੀ ਸੀ। ਹੁਣ ਇਹਨੂੰ ਪੰਜਾਂ ਦਰਿਆਵਾਂ ਦੀ ਧਰਤੀ ਫਿਰ ਲੱਪੇ ਕਹਿਣ। ਹੁਣ ਤਾਂ 2.5 ਦਰਿਆਵਾਂ ਦੀ ਹੀ ਧਰਤੀ ਹੈ, ਤੇ ਉਹ ਵੀ ਅਸੀਂ ਦੂਸ਼ਿਤ ਤੇ ਪਲੂਟ ਕਰ ਦਿੱਤਾ, ਮਾਰ ਦਿੱਤਾ ਉਹਨਾਂ ਦਰਿਆਵਾਂ ਨੂੰ। ਦੂਜਾ, ਦਰਿਆਵਾਂ ਦਾ ਮੁੱਖ ਸੋਮਾ ਜੰਗਲ ਵਾ। ਦੱਖਣ ਭਾਰਤ ਦੇ ਜਿਹੜੇ ਦਰਿਆ ਆ ਉਹ ਜੰਗਲਾਂ ਚੋਂ ਨਿਕਲਦਾ, ਕਵੇਰੀ, ਨਰਮਦਾ ਵਗੈਰਾ। ਇਹ ਗੱਲ ਸਾਨੂੰ ਸਮਝਣੀ ਪੈਣੀ ਆ ਕਿ ਸਾਡੇ ਜਲ ਸੋਮਿਆਂ ਦੇ ਦੋ ਮੁੱਖ ਭੰਡਾਰ ਵਾ, ਗਲੇਸ਼ੀਅਰ ਜਾਂ ਅਸੀਂ ਪਹਾੜ ਕਹਿ ਸਕਦੇ ਹਾਂ, ਨੰਬਰ 2 ਤੇ ਜੰਗਲ। ਸਾਡੀਆਂ ਗਲਤੀਆਂ ਦੇ ਨਾਲ ਸਾਡੀ ਉੱਥੇ ਪਹਾੜਾਂ ਦੇ ਵਿੱਚ ਜਾਣੀ ਅੰਧਾ-ਧੁੰਦ ਮਾੜੀ ਦਖਲਅੰਦਾਜ਼ੀ ਨਾਲ ਸਾਡੇ ਗਲੇਸ਼ੀਅਰ ਜਿਹੜੇ ਆ ਖੁਰ ਰਹੇ ਆ। ਦੇਖੋ, ਮੌਜੂਦਾ ਇੱਕ ਵਿਰੋਧਾਭਾਸ ਦੇਖੋ ਕੀ ਆ। ਚਿਰਾਪੂੰਜੀ, ਜਿੱਥੇ ਦੁਨੀਆ ਦੀ ਸਭ ਨਾਲੋਂ ਜ਼ਿਆਦਾ ਵਰਖਾ ਪੈਂਦੀ ਸੀ, ਉੱਥੋਂ ਟਿਲਟ ਹੋ ਗਏ, ਕਿਸੇ ਹੋਰ ਇਲਾਕੇ 'ਚ ਪੈਣੀ ਸ਼ੁਰੂ ਹੋ ਗਈ। ਕਾਰਨ ਕਿਉਂ ਬਣਿਆ? ਕਿਉਂਕਿ ਅਸੀਂ ਉੱਥੇ ਜੰਗਲ ਮੁਕਾ ਦਿੱਤੇ, ਅਸੀਂ ਉੱਥੇ ਦੇ ਪਹਾੜਾਂ 'ਚ ਦਖਲਅੰਦਾਜ਼ੀ ਕੀਤੀ। ਬੀਤੇ ਦਿਨਾਂ 'ਚ ਸਾਡੇ ਮੌਜੂਦਾ ਭੈੜੇ ਨਿਜ਼ਾਮ ਦਾ ਭੈੜਾ ਗ੍ਰਹਿ ਮੰਤਰੀ ਅਮਿਤ ਸ਼ਾਹ ਚਿਰਾਪੂੰਜੀ ਦੇ ਵਿੱਚ ਜੰਗਲ ਲਾਉਣ ਦਾ ਉਦਘਾਟਨ ਕਰਕੇ ਆਇਆ। ਉਹ ਜੰਗਲ ਜਿਹੜੇ ਉੱਥੇ ਪਹਿਲਾਂ ਮੀਂਹ ਬਰਾਂਦੇ ਹੁੰਦੇ ਸੀ। ਇਹ ਮੌਜੂਦਾ ਸਥਿਤੀ ਦਾ ਜਿਹੜਾ ਇੱਕ ਬੜਾ ਵੱਡਾ ਵਿਰੋਧਾਭਾਸ ਹੋਇਆ ਕਿ ਬੀਤੇ ਸਮਿਆਂ 'ਚ ਜਿਸ ਇਲਾਕੇ ਦੇ ਵਿੱਚ ਸਭ ਨਾਲੋਂ ਵੱਧ ਵਰਖਾ ਪੈਂਦੀ ਸੀ, ਮੌਜੂਦਾ ਨੇ ਧਨ ਕੁਬੇਰਾਂ ਨੇ ਤੇ ਮਨੁੱਖੀ ਦਖਲਅੰਦਾਜ਼ੀਆਂ ਨੇ ਉਹ ਪੈਣੋਂ ਹਟਾ ਦਿੱਤੀ। ਕਿਉਂ? ਉੱਥੇ ਸਮਾਂ ਵਾਤਾਵਰਨ ਰਹਿਣ ਦਿੱਤਾ, ਉੱਥੇ ਅਸੀਂ ਜੰਗਲ ਨਹੀਂ ਰਹਿਣ ਦਿੱਤੇ। ਤੇ ਉਹੀ ਕਾਰਨ ਆ ਕਿ ਸਾਡੇ ਮੁਲਕ ਦੇ ਗ੍ਰਹਿ ਮੰਤਰੀ ਨੂੰ ਉੱਥੇ ਜੰਗਲ ਲਾਉਣ ਦਾ ਉਦਘਾਟਨ ਕਰਨਾ ਪਿਆ। ਤੇ ਉਹੀ ਵੱਡੇ ਕਾਰਨ ਆ ਕਿ ਉਹ ਜਿਹੜੀਆਂ ਸਾਡੀਆਂ ਪਹਾੜ ਜਿਹੜੇ ਆ, ਉਹ ਚਾਹੇ ਉਹ ਮਹਾਰਾਸ਼ਟਰ 'ਚ ਖਿਸਕਣੇ ਸ਼ੁਰੂ ਹੋ ਗਏ, ਤੇ ਚਾਹੇ ਕਨੌਰ 'ਚ ਖਿਸਕਣੇ ਸ਼ੁਰੂ ਹੋ ਗਏ, ਤੇ ਚਾਹੇ ਹੁਣ ਕੱਲ ਪਰਸੋਂ ਸਰਮੌਰ ਦੇ ਵਿੱਚ ਕੁਝ ਦਿਖਾਂਤ ਜਿਹੜੇ ਆ ਉਹ ਸਾਡੇ ਸਾਹਮਣੇ ਆਏ। ਮੈਂ ਇੱਕ ਗੱਲ ਹੋਰ ਮਨੁੱਖ ਆਮ ਤੌਰ ਤੇ ਇਹਨੂੰ ਕੁਦਰਤੀ ਕਰੋਪੀਆਂ ਦੇ ਨਾਲ ਜਾਂ ਜਾਣੀ ਰੱਬੀ ਕਰੋਪੀ ਦੇ ਨਾਲ ਜਾਂ ਦੇਵਤਿਆਂ ਦੀ ਕਰੋਪੀ ਦੇ ਨਾਲ ਜੋੜ ਲੈਂਦਾ। ਮਹਾਰਾਸ਼ਟਰ ਦੇ ਬਾਰੇ ਮੈਂ ਸਟੱਡੀ ਕਰ ਰਿਹਾ ਸੀਗਾ, ਤਾਂ ਉੱਥੇ ਇੱਕ ਗੱਲ ਆਈ, ਉਹ ਜੋ ਆਦਿਵਾਸੀ ਅਸਲ ਵਿੱਚ ਲੋਕ ਕਹਿੰਦੇ ਆ ਭੋਲੇ ਆ, ਵੀ ਦਰ ਹਕੀਕਤ ਇਹ ਜਿਹੜੇ ਪਹਾੜ ਖਿਸਕੇ ਆ, ਸਾਡਾ ਕੁੱਲ ਦੇਵਤਾ ਰੁੱਸ ਗਿਆ। ਹੁਣ ਦੋ ਸੰਦਰਭ ਆ, ਅਸੀਂ ਲੋਕਾਂ ਨੇ ਕੁੱਲ ਦੇਵਤੇ ਨੂੰ ਇੱਕ ਦੇਵਤਾ ਜਾਂ ਦਾਨਵ ਦੇ ਤੌਰ ਤੇ ਲਿਆ, ਪਰ ਜਿਹੜੇ ਆਦਿਵਾਸੀ ਆ ਉਹ ਆਪਣੇ ਜੰਗਲ ਨੂੰ ਤੇ ਜੰਗਲੀ ਜਾਨਵਰਾਂ ਨੂੰ ਜਾਂ ਕੁਦਰਤੀ ਨਿਯਮਤਾਂ ਨੂੰ ਆਪਣਾ ਕੁੱਲ ਦੇਵਤਾ ਮੰਨਦੇ ਆ। ਉਹ ਇਹਨੂੰ ਮੰਨਦੇ ਆ, ਅਸੀਂ ਕੁੱਲ ਦੇਵਤੇ ਨੂੰ ਆਪਣੇ ਪੁਰਖਾਂ ਦੇ ਨਾਲ ਜਾਂ ਦੇਵਤਿਆਂ ਨਾਲ ਜਾਂ ਦਾਨਵਾਂ ਦੇ ਨਾਲ
ਜਾਂ ਭੈੜੀਆਂ ਰੂਹਾਂ ਦੇ ਨਾਲ ਅਸੀਂ ਆਪਣੀ ਗੱਲ ਜੋੜ ਲੈਂਦੇ ਹਾਂ। ਮੈਂ ਇਹ ਗੱਲ ਇੱਕ ਗੱਲਬਾਤ ਸੰਵਾਦ ਦੇ ਵਿੱਚ ਕਹੀ, ਦਰਅਸਲ ਕੁੱਲ ਦੇਵਤਾ ਨਹੀਂ ਰੁੱਸਿਆ, ਸਾਡਾ ਜੰਗਲ ਰੁੱਸ ਗਏ, ਸਾਡੇ ਜਿਹੜੇ ਆ ਉਹ ਪਹਾੜ ਰੁੱਸ ਗਏ ਆ, ਪਹਾੜ ਰੁੱਸ ਗਿਆ। ਸਾਡੇ ਪੁਰਖੇ ਇਸ ਗੱਲ ਨੂੰ ਸਮਝਦੇ ਸੀ। ਕਿਵੇਂ? ਅਸੀਂ ਜਾਨਵਰਾਂ ਨੂੰ ਚੋਗਾ ਪਾਉਂਦੇ ਸੀ, ਅਸੀਂ ਭੌਣਾਂ ਨੂੰ ਤਿਲ ਚੌਲੀ ਪਾਉਂਦੇ ਸੀ, ਦਰਖਤਾਂ ਨੂੰ ਅਸੀਂ ਮੌਲੀਆਂ ਬੰਨ੍ਹਦੇ ਸੀ, ਤੇ ਵਗਦੇ ਪਾਣੀਆਂ ਦੇ ਕੰਢੇ ਅਸੀਂ ਦੀਵੇ ਜਗਾਉਂਦੇ ਸੀ। ਇਹ ਇੱਕ ਬਹੁਤ ਵੱਡਾ ਸੰਦਰਭ ਆ ਜੇ ਅਸੀਂ ਇਹਨੂੰ ਡੀਪਲੀ ਸੋਚੀਏ ਵੀ ਉਹ ਉਹਨਾਂ ਦੀ ਮਾਣ ਮਰਿਆਦਾ, ਉਹਨਾਂ ਦੀ ਇੱਜ਼ਤ ਕਰਦੇ ਸੀ, ਉਹਨਾਂ ਦੀ ਦੇਣ ਨੂੰ ਨਮਸਕਾਰ ਕਰਦੇ ਸੀ, ਉਹਨਾਂ ਨੂੰ ਉਹ ਪੂਰਾ ਸੂਰਾ ਰੱਖਣਾ ਚਾਹੁੰਦੇ ਸੀ, ਉਹ ਉਹਨਾਂ ਨੂੰ ਸ਼ੁੱਧ ਰੱਖਣਾ ਚਾਹੁੰਦੇ ਸੀ, ਉਹ ਉਹਨਾਂ ਨੂੰ ਸਲੂਟ ਕਰਦੇ ਸੀਗੇ ਚੋਗਿਆਂ ਦੇ ਰੂਪ ਚ, ਮੌਲੀਆਂ ਦੇ ਰੂਪ ਚ, ਤੇ ਦੀਵੇ ਜਗਾ ਦੇ ਰੂਪ ਚ, ਦੀਵੇ ਜਗਾਉਣ ਦੇ ਰੂਪ। ਪਰ ਅਸੀਂ ਇਹਨਾਂ ਨੂੰ ਵਹਿਮਾਂ ਭਰਮਾਂ ਦੇ ਨਾਲ ਜੋੜ ਲਿਆ। ਅਸੀਂ ਉਹ ਜਿਹੜਾ ਸਾਡੇ ਪੁਰਾਣੀਆਂ ਗੱਲਾਂ ਸਾਡੇ ਪ੍ਰਾਚੀਨ ਫਲਸਫੇ ਦੇ ਵਿੱਚ ਪਈਆਂ ਸੀਆਂ, ਜਿਹਦੀ ਗੱਲ ਤਾਂ ਸਾਡੇ ਪੁਰਖੇ ਵੀ ਕਰ ਗਏ। ਬਾਬਾ ਨਾਨਕ ਤਾਂ ਬਾਰ-ਬਾਰ ਕੁਦਰਤ ਦੀ ਗੱਲ ਕਰਦਾ ਹੈਗਾ ਆ, ਉਹ ਦੁਹਾਈ ਪਾਉਂਦਾ, ਉਹ ਪ੍ਰੇਰਦਾ। ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲੇ ਕਿੰਨੀਆਂ ਲਿਖਤਾਂ ਲਿਖਦੇ ਆ, ਕਿੱਦਾਂ ਸਾਨੂੰ ਪ੍ਰੇਰਦੇ ਆ। ਅਸੀਂ ਸਾਰਾ ਕੁਝ ਨੂੰ ਭੁੱਲ ਭੁਲਾ ਬੈਠੇ ਆ। ਉਹਦੇ ਕਰਕੇ ਅਸੀਂ, ਸਾਡਾ ਮਹਿਕਮਾ ਇੱਕ ਗੱਲ ਹਾਰਦਾ ਹੁੰਦਾ ਸੀਗਾ ਕਿ ਖੇਤ ਦਾ ਪਾਣੀ ਖੇਤ ਵਿੱਚ, ਖੇਤ ਦੀ ਮਿੱਟੀ ਖੇਤ ਵਿੱਚ, ਪਿੰਡ ਦਾ ਪਾਣੀ ਪਿੰਡ ਵਿੱਚ, ਪਿੰਡ ਦੀ ਮਿੱਟੀ ਪਿੰਡ ਵਿੱਚ। ਇਸ ਨਾਅਰੇ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਸਕਸੈਸ ਸਟੋਰੀ ਲੁਕੀ ਹੋਆ ਵੀ ਜੇ ਅਸੀਂ ਮਿੱਟੀ ਨੂੰ ਸਾਂਭ ਲਈਏ, ਪਾਣੀ ਦੀ ਹਰ ਬੂੰਦ ਨੂੰ ਸਾਂਭ ਲਈਏ, ਵਣਾਂ ਦੀ ਹਰ ਪੌਦ ਨੂੰ ਸਾਂਭ ਲਈਏ, ਤਾਂ ਇਹ ਸਾਡੇ ਭਵਿੱਖ ਨਾਲ ਜੁੜੀਆਂ ਇਹ ਗੱਲਾਂ ਆ, ਸਾਡੇ ਵਾਰਸਾਂ ਦੇ ਜਿਹੜੇ ਆ ਬਿਹਤਰ ਜੀਵਨ ਨਾਲ, ਉਹਨਾਂ ਦੇ ਸੁਨਹਿਰੀ ਭਵਿੱਖ ਨਾਲ ਜੁੜੀਆਂ ਗੱਲਾਂ ਆ। ਮੈਂ ਇਸ ਸੰਦਰਭ 'ਚ ਇੱਕ ਨਵਾਂ ਨਾਅਰਾ ਵੀ ਉਭਾਰਨਾ ਸ਼ੁਰੂ ਕੀਤਾ ਵੀ ਆਓ ਬਿਰਖਾਂ ਦੀ ਗੱਲ ਕਰੀਏ, ਪਹਾੜਾਂ ਦੀ ਕਦਰ ਕਰੀਏ, ਦਰਿਆਵਾਂ ਦੀ ਬਾਂਹ ਫੜੀਏ, ਤੇ ਧਰਤੀ ਦਾ ਅਦਬ ਕਰੀਏ। ਇਹ ਚਾਰ ਲਾਈਨਾਂ ਦੇ ਵਿੱਚ ਵੀ ਬਹੁਤ ਹੀ ਵੱਡੇ ਜਾਣੀ ਇੱਕ ਸੇਧ ਜਿਹੜੀ ਆ ਜੁੜੀ ਹੋਈ ਆ। ਜੇ ਅਸੀਂ ਇਹਨਾਂ ਨੂੰ ਵਡਿਆਨੇ ਆ, ਮੋੜਵੇਂ ਰੂਪ 'ਚ ਜੁੜਨਾ ਕੁਛ ਅਸੀਂ ਕੁਦਰਤ ਤੋਂ ਲੈਂਦੇ ਆ, ਉਹਨੂੰ ਜੇ ਅਸੀਂ ਮੋੜਦੇ ਆ ਤਾਂ ਹੀ ਇਹ ਮਨੁੱਖ ਜਿੰਦਾ ਰਹਿ ਸਕਦਾ। ਜਿਹੜੇ ਅਸੀਂ ਮਹਿਲ ਮਨਾਰੇ ਬਣਾਈ ਜਾਂਦੇ ਆ ਨਾ, ਜਿਹੜੇ ਅਸੀਂ ਧਨ ਜਮ੍ਹਾਂ ਕਰੀ ਜਾਂਦੇ ਆ, ਉਹ ਸਾਰਾ ਕੁਝ ਜ਼ੀਰੋ ਹੋ ਜਾਣਾ ਉਦੋਂ ਜਦੋਂ ਕੁਦਰਤ ਨਾ ਰਹੀ। ਕੁਦਰਤ ਤੋਂ ਭਾਵ ਜਦੋਂ ਉਹਦਾ ਸਰਮੌਰ ਅੰਗ ਮਿੱਟੀ, ਪਾਣੀ, ਜੰਗਲ, ਆਕਾਸ਼ ਜਿਹਨੂੰ ਅਗਨੀ ਕਹਿ ਦਿੰਦੇ ਆ, ਸੂਰਜ ਕਹਿ ਦਿੰਦੇ ਆ, ਜਾਂ ਟਾਈਮ ਜਿਹਨੂੰ ਡਿਸਿਪਲਿਨ ਕਹਿ ਸਕਦੇ ਆ, ਉਹ ਨਾ ਰਿਹਾ ਤੇ ਮਨੁੱਖ ਵੀ ਜਿਹੜਾ ਉਹ ਇਹ ਜਾਂਦਾ ਲੱਗਣਾ। ਪਹਾੜਾਂ ਦੀ ਲੈਂਡ ਸਲਾਈਡਿੰਗ ਦੀ ਕਹਾਣੀ ਵੀ ਜਿਹੜੀ ਆ ਉਹ ਇਸ ਨਾਲ ਹੀ ਜੁੜੀ ਹੋ। ਬੰਬੇਲੀ ਸਾਹਿਬ, ਤੁਸੀਂ ਕਹਿ ਰਹੇ ਹੋ ਵੀ ਜੰਗਲ ਰੁੱਸ ਰਹੇ, ਪਹਾੜ ਰੁੱਸ ਰਹੇ ਨੇ, ਤੇ ਇਹਨਾਂ ਨੂੰ ਮਨਾਉਣ ਵਾਸਤੇ ਫਿਰ ਕੋਈ ਨਾ ਕੋਈ ਜਿਹੜਾ ਸਾਡਾ ਸਿਸਟਮ ਹੈ, ਭਾਵੇਂ ਉਹਨੂੰ ਅਸੀਂ ਜਿੰਨਾ ਮਰਜ਼ੀ ਭ੍ਰਿਸ਼ਟ ਕਹੀਏ, ਉਹ ਕੋਈ ਨਾ ਕੋਈ ਨੀਤੀ ਘੜ ਲੈਂਦਾ। ਤੇ ਸਾਡੀ ਕੋਈ ਰਾਸ਼ਟਰੀ ਵਣ ਨੀਤੀ ਵੀ ਤੇ ਹੋਏਗੀ ਵੀ ਇਹਨਾਂ ਨੂੰ ਕਿਵੇਂ ਜੰਗਲਾਂ ਨੂੰ ਤੇ ਪਹਾੜਾਂ ਨੂੰ ਰੁੱਸਣ ਤੋਂ ਮਨਾਉਣਾ। ਇਹਦਾ ਕੋਈ ਕਾਗਜ਼ਾਂ ਦੇ ਵਿੱਚ ਕੋਈ ਨੀਤੀ ਹੈਗੀ ਆ, ਪ੍ਰੈਕਟੀਕਲ ਨਾ ਵੀ ਹੋਵੇ? ਹਾਂ, ਦਰਅਸਲ ਇਹ ਰਾਸ਼ਟਰੀ ਵਣ ਨੀਤੀ ਦੀ ਬਜਾਏ ਜਾਂ ਦੀ ਕਹਿੰਦੇ ਬਜਾਏ ਇਹਨੂੰ ਇੰਟਰਨੈਸ਼ਨਲ ਅਸੀਂ ਕੌਮਾਂਤਰੀ ਅੰਤਰਰਾਸ਼ਟਰੀ ਨੀਤੀਆਂ ਕਹਿ ਸਕਦੇ ਹਾਂ, ਕਿਉਂਕਿ ਪਾਣੀ ਤੇ ਹਵਾ ਇਹ ਬਿਲਕੁਲ ਇਹ ਸਾਰੇ ਸੰਸਾਰ ਦੇ ਵਿੱਚ ਅੰਤਰ ਸੰਬੰਧਿਤ ਆ। ਇਹ ਅਸਲ ਵਿੱਚ ਇੰਟਰਨੈਸ਼ਨਲ ਨੀਤੀਆਂ ਆ, ਜਿਹਦੇ ਸੰਦਰਭ 'ਚ ਸਾਡੀ ਇਹ ਰਾਸ਼ਟਰੀ ਵਣ ਨੀਤੀ ਵੀ ਬਣੀ। ਉਹ ਕੀ ਆ ਵੀ ਸਾਵੀਂ ਪੱਧਰੀ ਦੀ ਜ਼ਿੰਦਗੀ ਲਈ, ਸਾਵੇਂ ਮੌਸਮ ਦੇ ਲਈ, ਸਾਵੀਂ ਵਰਖਾ ਦੇ ਲਈ ਕੁੱਲ ਧਰਤੀ ਦੇ ਉੱਤੇ 33% ਦਰਖਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਕਿਤੇ ਹੋ ਵੀ ਨਹੀਂ ਸਕਦੇ। ਜਾਪਾਨ ਵਰਗੇ ਮੁਲਕਾਂ 'ਚ ਜੰਗਲ ਨਹੀਂ ਹੋ ਸਕਦੇ, ਇਸੇ ਕਰਕੇ ਉਹ ਜੰਗਲਾਂ ਦੀ ਜਾਪਾਨੀ ਸਕੀਮ ਜਿਹੜੀ ਲੈ ਕੇ ਆਉਂਦੀ ਸੀ, ਅਸੀਂ ਉਹ 'ਚ ਵੀ ਬੜਾ ਭ੍ਰਿਸ਼ਟਾਚਾਰ ਉਹਨਾਂ ਦਾ ਦਿੱਤਾ ਆ ਪੈਸਾ, ਜਿਹੜਾ ਅਸੀਂ ਨਿਕਲ ਗਏ। ਅਸਲ ਵਿੱਚ ਇਹ ਅੰਤਰਰਾਸ਼ਟਰੀ ਨੀਤੀ ਆ ਕਿ 33% ਜਿਹੜੇ ਦਰਖਤ ਹੋਣੇ ਚਾਹੀਦੇ ਆ। ਪਰ ਸਾਡੇ ਪੰਜਾਬ ਵਰਗੇ ਸੂਬਿਆਂ ਦੇ ਖੇਤੀ ਪ੍ਰਧਾਨ ਸੂਬਿਆਂ ਦੀ ਤਾਂ ਹਾਲਤ ਬਹੁਤ ਮੰਦੀ ਆ। ਚਲੋ ਸਾਰੀ ਜਗ੍ਹਾ ਦਰਖਤ ਨਹੀਂ ਹੋ ਸਕਦੇ, ਖੇਤਾਂ 'ਚ ਦਰਖਤ ਨਹੀਂ ਹੋ ਸਕਦੇ, ਪਰ ਸਾਡੇ ਕੋਲ ਪਹਾੜ ਹੈਗੇ ਆ, ਲੋਅਰ ਸ਼ਿਵਾਲਿਕ ਹੈਗਾ, ਸਾਡੇ ਕੋਲ ਹੋਰ ਬਹੁਤ ਖਾਲੀ ਜਗ੍ਹਾ ਆ ਜਿੱਥੇ ਦਰਖਤ ਹੋ ਸਕਦੇ ਆ। ਪੰਜਾਬ ਦੇ ਵਿੱਚ ਤਾਂ 6% ਮਸੀਂ ਦਰਖਤ ਉਹ ਸਰਕਾਰ ਕਹਿ ਰਹੀ ਆ, ਪਰ
ਅਸਲ ਵਿੱਚ 6% ਤੋਂ ਵੀ ਘੱਟ ਵਾ। ਰਾਸ਼ਟਰੀ ਵਣ ਨੀਤੀ ਦੇ ਮੁਤਾਬਕ 33% ਕੁੱਲ ਦੁਨੀਆ ਦੇ ਉੱਤੇ ਕਿਤੇ ਵੀ ਦਰਖਤ ਹੋਣੇ ਚਾਹੀਦੇ ਆ, ਤੇ ਇਹੀ ਗੱਲ ਸਾਡੇ ਮੁਲਕ ਉੱਤੇ ਜਾਂ ਸਾਡੇ ਸੂਬੇ ਉੱਤੇ ਵੀ ਲਾਗੂ ਹੁੰਦੀ ਆ। ਪਰ ਸਾਨੂੰ ਮਨੁੱਖ ਨੂੰ, ਸਾਨੂੰ ਲੋਕਾਂ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਆ ਵੀ ਇਹਦੇ ਤੇ ਪੂਰੀ ਸੂਰੀ ਜਿਹੜੀ ਟੇਕ ਸਾਨੂੰ ਸਿਸਟਮ ਦੇ ਸਰਕਾਰਾਂ ਉੱਤੇ ਵੀ ਨਹੀਂ ਰੱਖਣੀ ਚਾਹੀਦੀ। ਅਸੀਂ ਵੀ ਹੱਥ ਵੰਡਾ ਸਕਦੇ ਹਾਂ। ਕਿਵੇਂ? ਹੁਣ ਇਹ ਕਰੋਨਾ ਦੌਰ 'ਚ ਆਕਸੀਜਨ ਜਿਹੜਾ ਆ ਇੱਕ ਮੁੱਖ ਮੁੱਦੇ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਇਆ, ਆਕਸੀਜਨ ਦੀ ਘਾਟ। ਪਰ ਸਾਨੂੰ ਕਿੰਨਿਆਂ ਕੁ ਨੂੰ ਪਤਾ ਵੀ ਇੱਕ ਮਨੁੱਖ ਨੂੰ ਜਿੰਨੇ 16 ਭਰਪੂਰ ਦਰਖਤ ਆਕਸੀਜਨ ਪੈਦਾ ਕਰਦੇ ਆ, ਉਨੇ ਦਰਖਤਾਂ ਦੀ ਪੈਦਾ ਕੀਤੀ ਆਕਸੀਜਨ ਦੀ ਮਕਦਾਰ ਬਰਾਬਰ 60 ਜਾਂ 65 ਸਾਲ ਦੀ ਜਿਹੜੀ ਸਾਡੀ ਐਵਰੇਜ ਉਮਰ ਹੁਣ ਮਿੱਥ ਲਈ ਆ ਇੰਡੀਅਨ ਮਨੁੱਖ ਦੀ, ਉਹਨੂੰ ਉਨੀ ਆਕਸੀਜਨ ਦੀ ਲੋੜ ਆ। ਇਹਦਾ ਮਤਲਬ ਜੇ ਅਸੀਂ ਸਾਰੀਆਂ ਗੱਲਾਂ ਨੂੰ ਭੁੱਲ ਵੀ ਜਾਈਏ, ਸਾਨੂੰ ਸਾਹ ਲੈਣ ਦੇ ਲਈ ਘੱਟੋ ਘੱਟ ਇੱਕ ਬੰਦੇ ਨੂੰ 16 ਦਰਖਤ ਉਗਾਉਣੇ ਚਾਹੀਦੇ। ਕਿੰਨੇ ਕੁ ਅਸੀਂ ਉਗਾਉਂਦੇ ਆ? ਇਹ ਗੱਲਾਂ ਸਾਨੂੰ ਇਹੀ ਮਿੱਥ ਕੇ ਚੱਲ ਲਈਏ ਵੀ ਅਸੀਂ ਆਕਸੀਜਨ ਦੇ ਲਈ ਹੀ ਦਰਖਤ ਪੈਦਾ ਕਰੀਏ। ਪਰ ਦਰਖਤ ਕਿਹੜੇ? ਰਵਾਇਤੀ ਦਰਖਤ ਜਿਹੜੇ ਕੁਦਰਤ ਨੇ ਜਿਸ ਇਲਾਕੇ ਦੇ ਵਿੱਚ ਪੈਦਾ ਕੀਤੇ, ਮਾਈਗ੍ਰੇਟਡ ਦਰਖਤ ਨਹੀਂ, ਯਾਨੀ ਕਮਰਸ਼ੀਅਲ ਦਰਖਤ ਨਹੀਂ। ਦਰਖਤਾਂ ਤੋਂ ਭਾਵ, ਜੰਗਲ ਤੋਂ ਭਾਵ ਉਸ ਇਲਾਕੇ ਦੇ ਪ੍ਰਾਚੀਨ ਟ੍ਰੈਡੀਸ਼ਨਲ ਦਰਖਤਾਂ ਤੋਂ, ਉਹ ਸਾਨੂੰ ਦਰਖਤ ਉਗਾਉਣੇ ਚਾਹੀਦੇ। ਚਲੋ ਜੇ 16 ਨਹੀਂ ਉਗਾ ਸਕਦੇ, ਕੋਈ ਇੱਕ ਉਗਾ ਦੇਵੇ, ਹੋ ਸਕਦਾ ਕੋਈ 31 ਉਗਾ ਦੇਵੇ। ਸਾਨੂੰ ਇਸ ਪਾਸੇ ਕੋਈ ਨਾ ਕੋਈ ਜਾਣੀ ਜਿਹੜਾ ਆ ਉਹ ਪਹਿਲ ਕਦਮੀ ਕਰਨੀ ਚਾਹੀਦੀ ਆ। ਨੰਬਰ 2, ਜਦ ਅਸੀਂ ਪਹਾੜਾਂ 'ਚ ਜਾਂਦੇ ਆ, ਉੱਥੇ ਅਸੀਂ ਕੋਸ਼ਿਸ਼ ਨਾ ਕਰੀਏ ਵੀ ਅਸੀਂ ਉੱਥੇ ਵੀ ਵਹੀਕਲ ਲੈ ਜਾਈਏ ਜਿੱਥੇ ਉਹ ਪੈਟਰੋਲਿੰਗ ਦੇ ਨਾਲ ਗੈਸਾਂ ਛੱਡਣ, ਸਾਡੇ ਗਲੇਸ਼ੀਅਰ ਨੂੰ ਖਤਰਾ ਹੋਵੇ, ਜਾਂ ਅਸੀਂ ਬਚੀਏ ਵੀ ਅਸੀਂ ਜਿਹੜਾ ਭੋਜਨ ਪਦਾਰਥ ਲੈ ਜਾਂਦੇ ਆ ਪਲਾਸਟਿਕ ਕਲਚਰ ਦੇ ਵਿੱਚ ਲਿਫਾਫਿਆਂ 'ਚ, ਅਸੀਂ ਉਹਦੋਂ ਤੋਂ ਵੀ ਬਚੀਏ। ਅਸੀਂ ਉੱਥੇ ਭੀੜ ਭੜੱਕਾ ਨਾ ਕਰੀਏ। ਅਸੀਂ ਜੰਗਲਾਂ ਦੇ ਲਈ ਹਜ਼ਾਰਾਂ ਮੀਲਾਂ ਤੇ ਸੈਰ ਕਰਨ ਕਿਉਂ ਜੰਗਲ ਪੈਦਾ ਕਰੀਏ? ਅਸੀਂ ਆਪਣੇ ਆਲੇ ਦੁਆਲੇ ਕਿਉਂ ਨਹੀਂ ਜੰਗਲ ਪੈਦਾ ਕਰ ਲੈਂਦੇ? ਜਿਨ ਸਾਨੂੰ ਸਮਾਂ ਤੇ ਖੁਸ਼ਗਵਾਰ ਜਿਹੜਾ ਵਾਤਾਵਰਨ ਵੀ ਇਹ ਦੇਣਾ ਹੈਗਾ ਆ। ਇਸ ਕਰਕੇ ਬਾਰ-ਬਾਰ ਅਸੀਂ ਜਾਣੀ ਇਹ ਬੇਨਤੀ ਕਰਦੇ ਹਾਂ ਕਿ ਮਿੱਟੀ ਦਾ ਹਰ ਕਣ, ਪਾਣੀ ਦੀ ਹਰ ਤੁਪ ਤੇ ਵਣ ਦੀ ਹਰ ਪੌਂਦ ਜਿਹੜੀ ਆ, ਇਹਨੂੰ ਸਾਂਭਣ ਦਾ ਯਤਨ ਕਰੀਏ। ਇਹਦੇ ਵਿੱਚ ਸਾਡੇ ਵਾਰਸਾਂ ਦਾ ਭਵਿੱਖ ਜਿਹੜਾ ਲੁਕਿਆ ਹੈ। ਬਵੇਲੀ ਸਾਹਿਬ, ਸਮਾਂ ਆਗਿਆ ਨਹੀਂ ਦਿੰਦਾ ਕਿ ਅਸੀਂ ਤੁਹਾਡੇ ਕੋਲੋਂ ਹੋਰ ਇੰਨੀ ਡੂੰਘੀ ਰੌਚਕ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕਰੀਏ। ਸਾਨੂੰ ਫਿਰ ਤੁਹਾਡੇ ਨਾਲ ਵਾਰ-ਵਾਰ ਜੁੜਨਾ ਪਏਗਾ ਤੇ ਤੁਸੀਂ ਬਹੁਤ ਸੰਖੇਪ ਸਮੇਂ ਵਿੱਚ ਸਾਡੇ ਨਾਲ ਡੂੰਘੀ ਜਾਣਕਾਰੀ ਦਿੱਤੀ ਹੈ। ਤੇ ਸੱਚਮੁੱਚ ਜਿਹੜਾ ਸਾਡਾ ਮੌਸਮ ਹੈ, ਸਾਡੇ ਸਮੁੰਦਰ ਹੈ, ਸਾਡਾ ਜਲ, ਜੰਗਲ, ਜ਼ਮੀਨ ਤੇ ਜੀਵ ਜੰਤੂ, ਸਾਰਿਆਂ ਦੇ ਉੱਤੇ ਸਾਡਾ ਇੰਨਾ ਕੁ ਦਬਾਅ ਵੱਧ ਗਿਆ, ਇੰਨਾ ਕੁ ਦਬਾਅ ਵੱਧ ਗਿਆ ਵੀ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਵੀ ਆਉਣ ਵਾਲੇ ਸਾਲ ਜਿਹੜਾ 2100 ਤੱਕ ਇਸ ਬ੍ਰਹਿਮੰਡ ਦੇ ਕੁੱਲ ਜੀਵ ਜਿਹੜੇ ਜੰਤੂਆਂ ਦੀਆਂ ਜਾਤੀਆਂ ਨੇ, ਉਹਦਾ ਇੱਕ ਹਿੱਸਾ, ਤਿਹਾਈ ਹਿੱਸਾ ਖਤਮ ਹੀ ਹੋ ਸਕਦਾ। ਇਹ ਵਿਗਿਆਨੀਆਂ ਵੱਲੋਂ, ਮਾਹਰਾਂ ਵੱਲੋਂ ਜਿਹੜੀ ਹੈ ਉਹ ਇੱਕ ਚੇਤਾਵਨੀ ਦਿੱਤੀ ਜਾ ਰਹੀ ਹੈ। ਤੇ ਤੁਹਾਡੇ ਵਰਗੇ ਬੁੱਧੀਜੀਵੀਆਂ ਦਾ, ਤੁਹਾਡੇ ਵਰਗੇ ਕਿਰਤੀਆਂ ਦਾ ਇਸ ਮਸਲੇ ਤੇ ਇੰਨੇ ਸੰਜੀਦਾ ਹੋਣਾ, ਇਹ ਆਪਣੇ ਆਪ 'ਚ ਇੱਕ ਤਸੱਲੀ ਬਖਸ਼ ਹੈ। ਇਸ ਤੋਂ ਪਹਿਲਾਂ ਕਿ ਅਸੀਂ ਗੱਲ ਨੂੰ ਖਤਮ ਕਰੀਏ, ਮੈਂ ਇੰਨੀ ਕੁ ਬੇਨਤੀ ਚਾਹਾਂਗਾ ਕਿ ਇਸ ਖੇਤਰ ਵਿੱਚ ਕੋਈ ਕਿਸੇ ਜ਼ਿਲ੍ਹੇ ਦੇ, ਕਿਸੇ ਪਿੰਡ ਦੇ ਜਾਂ ਕਿਸੇ ਇਲਾਕੇ ਦੇ ਕੋਈ ਲੋਕ ਖਾਸ ਕੋਈ ਕੰਮ ਕਰ ਰਹੇ ਹੋਣ, ਕੋਈ ਇੱਦਾਂ ਦੀ ਉਦਾਹਰਨ ਤੁਹਾਡੇ ਜ਼ਿਹਨ 'ਚ ਕੋਈ ਹੈ ਜੀ? ਹਾਂ, ਇਹ ਗੱਲ ਦੱਸਣ ਤੋਂ ਪਹਿਲਾਂ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਦਾ ਵੀ ਕੁਦਰਤ ਦੀ ਜਿਹੜੀ ਵਿਆਖਿਆ ਹੈ ਇਹ ਬੜੀ ਲੰਬੀ ਚੌੜੀ ਹੈ। ਕੁਦਰਤ ਦੀਆਂ ਦੇਣਾ ਵੀ ਬੇਅੰਤ ਆ, ਜਾਣੀ ਘੰਟਿਆਂ ਵੱਧ ਹੀ ਬੋਲਿਆ ਜਾ ਸਕਦਾ। ਇਹਨੂੰ ਬਹੁਤ ਸੈਂਕੜੇ ਵਿਸ਼ਿਆਂ 'ਚ ਵੰਡਿਆ ਜਾ ਸਕਦਾ ਤੇ ਇਹਨਾਂ ਤੇ ਗੱਲ ਜਿਹੜੀ ਆ ਉਹ ਤੁਰਨੀ ਚਾਹੀਦੀ ਆ। ਜਿੱਥੋਂ ਤੱਕ ਮੇਰੇ ਇਲਾਕੇ ਦੀ ਗੱਲ ਹੈਗੀ ਆ, ਇਹਦੇ ਬਾਰੇ ਸਾਡੇ ਲਾਗੇ ਮੇਰੇ ਪਿੰਡ ਤੋਂ ਦੇ ਚੜ੍ਹਦੇ ਪਾਸੇ ਇੱਕ ਮੈਲੀ ਨਾਂ ਦਾ ਪਿੰਡ ਆ। ਉਹਨੇ ਆਪਣੀ ਬਹੁਤ ਵੱਡਾ ਉਹਦਾ ਜੰਗਲ ਹੈਗਾ, ਪਰ ਉਸ ਜੰਗਲ ਦਾ ਰਾਖਾ ਜੰਗਲਾਤ ਮਹਿਕਮਾ ਤੇ ਉਹਦੀ ਕਰਤਾ ਧਰਤਾ ਪੰਚਾਇਤ ਆ। ਉਸ ਜੰਗਲ ਦੀ ਹਾਲਤ ਦੇਖ ਲਈ ਜਾਵੇ, ਉਹਦੀ ਜੋ ਜਾਣੀ ਬੇਕਿਰਕ ਦੁਰਵਰਤੋਂ ਹੋਈ ਆ ਦੋਹਾਂ ਧਿਰਾਂ ਵੱਲੋਂ,
ਜੰਗਲਾਤ ਮਹਿਕਮੇ ਵੱਲੋਂ ਵੀ ਤੇ ਉਹਨਾਂ ਦੇ ਮਾਲਕਾਂ ਪਿੰਡ ਵੱਲੋਂ ਵੀ। ਪਰ ਉੱਥੇ ਹੀ ਇੱਕ ਆਸ ਦੀ ਕਿਰਨ ਵੀ ਆ। ਉਹ ਕਿਹੜਾ? ਉੱਥੇ ਇੱਕ ਡੇਰਾ ਆ ਜੰਗਲ ਦੀਆਂ ਐਨ ਬਰੂਹਾਂ ਦੇ ਵਿੱਚ, ਉਹਨੂੰ ਸਾਈਂ ਗੁਲਾਬ ਸ਼ਾਹ ਦਾ ਡੇਰਾ ਕਰ ਦਿੰਦੇ ਆ। ਸਰਬ ਧਰਮ ਨਾਲ ਜੁੜਿਆ ਹੋਇਆ ਡੇਰਾ ਆ। ਉਹ ਕੁਦਰਤ ਪੱਖੀ ਡੇਰਾ ਆ। ਉਹਨੂੰ ਬੀਬੀਆਂ ਦਾ ਡੇਰਾ ਵੀ ਕਹਿ ਦਿੰਦੇ ਆ, ਕੋਈ ਡੇਰਾ ਰੋਟੀਆਂ ਵੀ ਕਹਿ ਦਿੰਦੇ। ਮੈਂ ਜਾਣੀ ਇਹ ਬੇਨਤੀ ਕਰੂੰਗਾ ਕਿ ਉਸ ਡੇਰੇ ਦਾ ਭਰਮਣ ਕੀਤਾ ਜਾਵੇ। ਉਹਨਾਂ ਨੇ ਕੁਦਰਤ ਨੂੰ ਬਚਾਉਣ ਦੇ ਲਈ, ਉਹਨੇ ਜੰਗਲੀ ਜੀਵਾਂ ਨੂੰ, ਉਹਨੇ ਜੰਗਲ ਨੂੰ ਬਚਾਉਣ ਦੇ ਲਈ ਕੋਸ਼ਿਸ਼ ਕੀਤੀ ਆ। ਅਸੀਂ ਵੀ ਹੱਥ ਮਢਾਇਆ, ਭੂਮੀ ਤੇ ਜਲ ਸੰਭਾਲ ਨੇ ਵੀ ਹੱਥ ਮਢਾਇਆ। ਮੇਰੀ ਵੀ ਬੜੀ ਲੰਬਾ ਸਮਾਂ ਉਹਨਾਂ ਟਰੈਕਾਂ ਦੇ ਵਿੱਚ, ਉਹਨਾਂ ਕੰਦਰਾਂ ਦੇ ਵਿੱਚ ਜਿਹੜੀ ਆ ਉਹ ਡਿਊਟੀ ਚੱਲੀ ਆ। ਉਸ ਰਮਣੀਕ ਸਥਾਨ ਦੀ ਜੇ ਇੱਕ ਝਲਕ ਪਾਣੀ ਆ ਵੀ ਉਹ ਕਿੰਨੇ ਬਿਹਤਰੀਨ ਰਿਜ਼ਲਟ ਕੱਢੇ ਹੁਣ ਕਿ ਮਰੇ ਹੋਏ ਚਸ਼ਮੇ ਜਿਹੜੇ ਆ ਉਹ ਵਗ ਪਏ, ਸੁੱਕੇ ਖੂਹਾਂ 'ਚ ਪਾਣੀ ਆ ਗਿਆ, ਰੁੰਡ ਮਰੁੰਡ ਪਹਾੜ ਜਿਹੜੇ ਉਹ ਸਰ ਸਬਜ਼ ਹੋ ਗਏ ਆ। ਉਹਦੀ ਝਲਕ ਪਾਉਣ ਲਈ ਉਸਨੇ ਉਸ ਜਿਹੜੀ ਆ ਉਹ ਡੇਰੇ ਦੀ ਵੀ ਕੋਸ਼ਿਸ਼ ਕਰ ਸਕਦੇ ਆ। ਫਿਰ ਇੱਕ ਜੇਜੋਂ ਤੋਂ ਅਸੀਂ ਜੇ ਵਧੀਏ ਰਾਮਪੁਰ ਬਿਲੜ ਵੱਲ ਨੂੰ, ਗੱਜਰ ਮਰੂਦ ਦੇ ਨਾਲ ਹੀ ਇੱਕ ਹੋਰ ਪ੍ਰਾਈਵੇਟ ਕੋਸ਼ਿਸ਼ ਕੀਤੀ ਗਈ ਆ। ਪੱਖੋ ਵਾਲੀਆਂ ਦਾ ਉਹਨਾਂ ਨੂੰ ਚਲੋ ਸੌਖੇ ਰੂਪ 'ਚ ਉਹਨੂੰ ਵੀ ਡੇਰਾ ਕਹਿ ਸਕਦੇ ਆ। ਉਹਨੇ ਵੀ ਕੁਦਰਤ ਨੂੰ ਪ੍ਰਜਰਵ ਕਰਨ ਦੀ ਕੋਸ਼ਿਸ਼ ਕੀਤੀ ਆ। ਜਾਣੀ ਵੀ ਇਕੱਲਾ ਮਨੁੱਖ ਵੀ ਬਹੁਤ ਕੁਛ ਕਰ ਸਕਦਾ ਆ। ਮੈਂ ਜਾਣਦਾ ਵੀ ਉਹ ਵੀ ਸਾਡੇ ਲਈ ਇੱਕ ਐਗਜ਼ਾਮਪਲ ਮਿਲ ਸਕਦੀ ਆ। ਪਰ ਚਲੋ ਇਹੀ ਨੇ, ਆਓ ਅਸੀਂ ਆਪਣੇ ਪਿੰਡ ਦੀ ਕਿਸੇ ਗੁੱਟ 'ਚ ਕੋਸ਼ਿਸ਼ ਕਰੀਏ। ਜੇ ਕੁਛ ਵੀ ਨਹੀਂ ਕਰ ਸਕਦੇ ਤਾਂ ਚਲੋ ਇੱਕ ਤਰਵੈਣੀ ਲਾ ਦਈਏ। ਜੇ ਤਰਵੈਣੀ ਵੀ ਨਹੀਂ ਲਾ ਸਕਦੇ ਤਾਂ ਚਲੋ ਕੋਈ ਬੇਲਾ ਟਾਵਾਂ, ਕਿਤੇ ਦਰਖਤ, ਕਿਤੇ ਸਕੂਲ 'ਚ, ਸ਼ਮਸ਼ਾਨ ਘਾਟ 'ਚ, ਰਸਤੇ ਕੰਢੇ, ਰੇਲਵੇ ਟਰੈਕ ਕੰਢੇ ਲਾ ਦਈਏ। ਇਹ ਇੱਕ ਪੁੰਨ ਦਾ ਕਾਰਜ ਆ। ਦਰਖਤ ਜਿਹੜੇ ਆ ਮਿੱਟੀ ਨੂੰ ਬਚਾ ਕੇ ਰੱਖਦੇ ਆ, ਪਾਣੀ ਨੂੰ ਭਰਾਉਂਦੇ ਆ। ਮਿੱਟੀ ਤੇ ਪਾਣੀ ਦਾ ਹੀ ਜਮਾ ਜੋੜ ਬਨਸਪਤੀ ਆ, ਤੇ ਬਨਸਪਤੀ ਕਰਕੇ ਮਨੁੱਖੀ ਜੀਵਨ ਆ। ਤੇ ਮਨੁੱਖੀ ਜੀਵਨ ਤੇ ਜਿਹੜੀ ਬਨਸਪਤੀ ਆ ਉਹ ਸਾਡੇ ਤੁਹਾਡੇ ਨਾਲ ਸਾਰਿਆਂ ਨਾਲੇ ਜੁੜੀ ਹੋ ਆ। ਜੇ ਇਹ ਰਹਿਣਗੇ ਤਾਂ ਫਿਰ ਅਸੀਂ ਵੀ ਰਹਾਂਗੇ। ਕੁਦਰਤ ਦੀ ਪੂਜਾ ਕਰਨ ਵਾਲੇ ਸਥਾਨਾਂ ਦੀ ਕੁਝ ਝਲਕ ਦੀ ਤੁਸੀਂ ਗੱਲ ਕੀਤੀ ਹੈ, ਤੇ ਉਮੀਦ ਕਰਦੇ ਹਾਂ ਕਿ ਅਸੀਂ ਤੁਹਾਡੇ ਨਾਲ ਜਾ ਕੇ ਉਹਨਾਂ ਸਥਾਨਾਂ ਤੇ ਝਲਕ ਪਾਵਾਂਗੇ। ਤੇ ਇਹ ਆਸ ਕਰਾਂਗੇ ਕਿ ਆਉਣ ਵਾਲੇ ਸਮੇਂ 'ਚ ਸਾਨੂੰ ਇਹ ਸਾਡੇ ਧਰਤੀ ਦੇ ਉੱਤੇ ਚੱਪੇ ਚੱਪੇ ਤੇ ਇਹ ਝਲਕ ਦਿਸੇ। ਤੇ ਤੁਹਾਡੇ ਵਰਗੇ ਜਿਹੜੇ ਬੁੱਧੀਜੀਵ ਨੇ, ਚਿੰਤਕ ਨੇ, ਉਹਨਾਂ ਦੇ ਵੱਲੋਂ ਦਰਸਾਏ ਹੋਏ ਮਾਰਗ ਤੇ ਲੋਕ ਚੱਲ ਕੇ, ਸਰਕਾਰਾਂ ਤੇ ਸਾਡਾ ਨਿਜ਼ਾਮ ਚੱਲ ਕੇ ਇਸ ਵੱਡੀ ਚੁਣੌਤੀ ਨੂੰ ਜਿਹੜੀ ਹੈਗੀ ਆ ਉਹਨੂੰ ਸਵੀਕਾਰ ਕਰਦਿਆਂ ਹੋਇਆਂ ਇਹ ਤੇ ਕਾਬੂ ਪਾਉਣ ਲਈ ਯਤਨ ਕਰਨਗੇ। ਤੇ ਬੰਬੇਲੀ ਸਾਹਿਬ, ਪੁਕਾਰ ਟੀਵੀ ਦੀ ਸਮੁੱਚੀ ਟੀਮ ਤੁਹਾਡਾ ਸ਼ੁਕਰਗੁਜ਼ਾਰ ਹੈ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਤੇ ਸਾਡੇ ਨਾਲ ਬਹੁਮੁੱਲੀ ਜਾਣਕਾਰੀ ਸਾਂਝੀ ਕੀਤੀ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਮੈਨੂੰ ਸੁਣਿਆ, ਤੁਹਾਡੀ ਵੀ ਮਿਹਰਬਾਨੀ। ਤੁਸੀਂ ਉਹਨਾਂ ਸਥਾਨਾਂ ਦਾ ਭਰਮਣ ਕਰਨ ਲਈ ਜੇ ਮੇਰੇ ਨਾਲ ਚੱਲੋਗੇ ਤਾਂ ਉਹ ਦੋਵਾਂ ਸਥਾਨਾਂ ਦੀ ਬਜਾਏ ਮੈਂ ਕੁਛ ਹੋਰ ਵੀ ਸਪੋਰਟ ਦਿਖਾ ਲੂੰਗਾ ਵੀ ਦੇਖੋ ਕੋਸ਼ਿਸ਼ ਨਾਲ ਰਿਜ਼ਲਟ ਨਿਕਲਦੇ ਆ। ਆਓ ਰਲ ਮਿਲ ਕੋਸ਼ਿਸ਼ ਕਰੀਏ। ਕੋਈ ਇੱਕ ਮੁੱਠ ਤੇ ਕੋਈ ਟੋਕਰਾ ਭਰ ਕੇ ਤੇ ਕੋਈ ਉਹ ਤੋਂ ਵੱਧ। ਧੰਨਵਾਦ। ਧੰਨਵਾਦ ਜੀ, ਮਿਹਰਬਾਨੀ।